ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਜੋ ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਇਹ ਵਿਰਚੁਅਲ ਕਲਾਸਿਸ ਦਾ ਉਪਰਾਲਾ ਕੀਤਾ ਗਿਆ ਹੈ, ਉਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਗੁਰੂ ਪਿਆਰਿਆਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ, ਆਪ ਜਾਣਦੇ ਹੋ, ਪਹਿਲਾਂ ਵੀ ਸੂਚਨਾ ਦੇ ਚੁੱਕੇ ਹਾਂ ਕਿ ਸੋਮਵਾਰ ਦਾ ਸਾਡਾ ਜੋ ਸੈਸ਼ਨ ਹੈ ਸਵਾਲ ਜਵਾਬ ਦਾ ਸੈਸ਼ਨ ਹੁੰਦਾ। ਜੋ ਵੀ ਪਿਛਲੇ ਹਫਤੇ ਵਿੱਚ ਸਵਾਲ ਮਿਲਦੇ ਹਨ ਉਹ ਸਾਰੇ ਸਵਾਲ ਵੀ ਰਾਜਾ ਸਿੰਘ ਜੀ ਕੋਲ ਇਕੱਤਰ ਹੁੰਦੇ ਹਨ, ਇਕੱਠੇ ਪੇਸ਼ ਹੋ ਜਾਂਦੇ ਹਨ। ਸ਼ਨੀਚਰਵਾਰ ਨੂੰ ਪੈਨਲ ਵੱਲੋਂ ਉਹਨਾਂ ਸਵਾਲਾਂ ਦੇ ਉੱਤੇ ਵਿਚਾਰ ਕੀਤੀ ਜਾਂਦੀ ਹੈ ਔਰ ਸੋਮਵਾਰ ਨੂੰ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਹਨ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿੰਨੀ ਕੁ ਅਕਾਲ ਪੁਰਖ ਵਾਹਿਗੁਰੂ ਨੇ ਸੋਝੀ ਬਖਸ਼ਿਸ਼ ਕੀਤੀ, ਇਹ ਪੈਨਲ ਦੇ ਮੈਂਬਰ ਸਾਹਿਬਾਨ ਨੂੰ ਉਹ ਆਪਣੇ ਸਤਿਗੁਰੂ ਦੀ ਬਖਸ਼ੀ ਹੋਈ ਮੱਤ ਨਾਲ ਉਹਦੇ ਉੱਤਰ ਦੇਣ ਦੀ ਕੋਸ਼ਿਸ਼ ਕਰਦੇ ਹਨ। ਸਾਡੇ ਉੱਤਰ ਦਾ ਜਵਾਬ ਦਾ ਜੋ ਆਧਾਰ ਹੋਵੇਗਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਔਰ ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ, ਜਿਹਦੇ ਆਧਾਰ ਦੇ ਉੱਤੇ ਹੀ ਸਵਾਲਾਂ ਦੇ ਜ਼ਿਆਦਾ ਜਵਾਬ ਦਿੱਤੇ ਜਾਂਦੇ ਹਨ। ਔਰ ਬਾਕੀਆਂ ਪ੍ਰਮਾਣਿਕ ਇਤਿਹਾਸਿਕ ਪੁਸਤਕਾਂ ਜਿਵੇਂ ਭਾਈ ਕਾਹਨ ਸਿੰਘ ਜੀ ਨਾਭਾ, ਪ੍ਰੋਫੈਸਰ ਸਾਹਿਬ ਸਿੰਘ ਜੀ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਦਰਪਣ ਤੇ ਹੋਰ ਵਿਦਵਾਨ, ਉਹਨਾਂ ਦਾ ਵੀ ਇਹਦੇ ਸਲਾਹ ਮਸ਼ਵਰਾ ਜਿਹੜੀ ਹੈ ਜਵਾਬਾਂ ਦੇ ਵਿੱਚ ਲਈ ਜਾਂਦੀ ਹੈ। ਫਿਰ ਵੀ ਜਵਾਬ ਲੱਭਦਿਆਂ, ਜਵਾਬ ਦੇਣ ਲੱਗਿਆਂ ਕੋਈ ਨਾ ਕੋਈ ਕਮੀ ਹਮੇਸ਼ਾ ਰਹਿ ਜਾਂਦੀ ਹੈ। ਉਹਦੇ ਲਈ ਅਸੀਂ ਪਹਿਲਾਂ ਹੀ ਆਪ ਜੀ ਨੂੰ ਬੇਨਤੀ ਕਰ ਦਿੰਦੇ ਹਾਂ ਕਿ ਅਗਰ ਕੋਈ ਲੱਗੇ ਕੋਈ ਜਵਾਬ ਅਪ ਟੂ ਦੀ ਮਾਰਕ ਨਹੀਂ ਲੱਗਾ ਸਵਾਲ ਪੁੱਛਣ ਵਾਲਿਆਂ ਨੂੰ ਜਾਂ ਸੰਗਤ ਵਿੱਚੋਂ ਵੀ ਕਿਸੇ ਹੋਰ ਨੂੰ, ਕਲਾਸ ਵਿੱਚ ਸ਼ਾਮਲ ਹੋਣ ਵਾਲੇ ਵੀਰਾਂ ਭੈਣਾਂ ਵਿੱਚੋਂ ਵੀ, ਤਾਂ ਉਹਨਾਂ ਨੂੰ ਵੀ ਬੇਨਤੀ ਹੈ ਵੀ ਕਿਰਪਾ ਕਰਕੇ ਉਹ ਸਵਾਲ ਸਾਨੂੰ ਦੁਬਾਰਾ ਲਿਖ ਕੇ ਭੇਜ ਦੇਣ ਜਾਂ ਆਪਣੀ ਰਾਏ ਜੋ ਜੇ ਉਹਨਾਂ ਦੇ ਹਿਸਾਬ ਨਾਲ ਉੱਤਰ ਹੈ ਤਾਂ ਉਹ ਵੀ ਲਿਖ ਕੇ ਭੇਜ ਦੇਣ, ਤਦ ਕਿ ਉਹਦੀ ਵਿਚਾਰ ਵੀ ਪੈਨਲ ਵੱਲੋਂ ਕੀਤੀ ਜਾ ਸਕੇ। ਤੋ ਇਹ ਸਵਾਲ ਜਵਾਬ ਦਾ ਪੈਨਲ ਜੋ ਹਰ ਹਫਤੇ ਸੋਮਵਾਰ ਦੇ ਸੋਮਵਾਰ ਅਸੀਂ ਸਵਾਲ ਜਵਾਬ ਲੈਂਦੇ ਹਾਂ। ਮੰਗਲਵਾਰ, ਬੁੱਧਵਾਰ, ਵੀਰਵਾਰ ਅੱਗੋਂ ਸਿੱਧ ਗੋਸ਼ਟੀ ਦੀ ਬਾਣੀ ਹੁੰਦੀ ਹੈ। ਫਿਰ ਇਸ ਸ਼ੁੱਕਰਵਾਰ ਨੂੰ ਗੁਰਬਾਣੀ ਵਿਆਕਰਨ ਦਾ ਲੈਕਚਰ ਹੁੰਦਾ। ਸੈਚਰਡੇ ਨੂੰ ਕੋਈ ਨਾ ਕੋਈ ਵਿਦਵਾਨ ਵੱਲੋਂ ਵਿਚਾਰ ਜਿਹੜੇ ਹਨ ਉਹ ਦਿੱਤੇ ਜਾਂਦੇ ਹਨ। ਇਸ ਤਰੀਕੇ ਨਾਲ ਇਹ ਸਾਰਾ ਸਿਸਟਮ ਚੱਲ ਰਿਹਾ ਹੈ। ਆਪ ਜੀ ਦਾ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ, ਜੋ ਆਪ ਜੀ ਹਰ ਰੋਜ਼ ਸ਼ਾਮਲ ਹੋ ਕੇ ਜਿੱਥੇ ਸਾਰਿਆਂ ਨੂੰ ਸ਼ਾਮਲ ਪੈਨਲ ਦੇ ਮੈਂਬਰ ਸਾਹਿਬਾਨ ਜਾਂ ਹੋਰ ਜਿਹੜੇ ਵੀ ਇੱਥੇ ਆਪੋ ਆਪਣਾ ਟੌਪਿਕ ਪੇਸ਼ ਕਰਨ ਵਾਲੇ ਹਨ ਉਹਨਾਂ ਨੂੰ ਹੌਸਲਾ ਦਿੰਦੇ ਹੋ। ਅਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਸਾਰਿਆਂ ਨੂੰ ਉੱਦਮ ਬਖਸ਼ ਕੇ ਇਸ ਆਹਾਰ ਵਿੱਚ ਲਾਇਆ ਹੈ। ਤਾਂ ਮੈਂ ਹੋਰ ਸਮਾਂ ਨਾ ਲੈਂਦਾ ਹੋਇਆ ਸਰ ਰਾਜਾ ਸਿੰਘ ਜੀ ਜੋ ਇਸ ਸਵਾਲ ਜਵਾਬ ਸੈਸ਼ਨ ਨੂੰ ਚਲਾਉਂਦੇ ਹਨ, ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਸਵਾਲ ਜਵਾਬਾਂ ਦੇ ਸੈਸ਼ਨ ਨੂੰ ਅਸੀਂ ਸ਼ੁਰੂ ਕਰੀਏ ਤਦ ਕਿ ਸਮੇਂ ਦੇ ਉੱਤੇ ਜਿਹੜੀ ਸਮਾਪਤੀ ਹੈ ਉਹ ਹੋ ਸਕੇ। ਤਾਂ ਸਰ ਰਾਜਾ ਸਿੰਘ ਜੀ ਅੱਜ ਦੇ ਸਵਾਲ ਜਵਾਬ ਪੈਨਲ ਨੂੰ ਜੋ ਸਵਾਲ ਜਵਾਬ ਹਨ ਉਹ ਸੈਸ਼ਨ ਨੂੰ ਸ਼ੁਰੂ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਪੈਨਲ ਮੈਂਬਰ ਸਾਹਿਬਾਨ ਔਰ ਸੰਗਤ ਦਾ ਅੱਜ ਦੇ ਇਸ ਸੈਸ਼ਨ ਵਿੱਚ ਸਵਾਗਤ ਹੈ ਜੀ। ਤੋਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਜੋ ਪੈਨਲ ਦੇ ਮੈਂਬਰ ਸਾਹਿਬਾਨ ਨੇ ਬਈ ਉਹ ਸੰਗਤਾਂ ਨਾਲ ਆਪਣੀ ਫਤਿਹ ਸਾਂਝੀ ਕਰ ਲੈਣ ਜੀ। ਗਿਆਨੀ ਅੰਮ੍ਰਿਤਪਾਲ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। प्रिंसिपल सुरेंद्र सिंह जी, प्रिंसिपल सुरेंद्र सिंह जी, ਗਿਆਨੀ ਬੈਠੇ ਤੁਹਾਡੇ ਕੋਲ? ਮੈਂ ਹੈਗਾ ਜੀ। ਅੱਛਾ, ਫਤਿਹ ਬੁਲਾਓ ਵਾਲੇ ਸੰਗਤ ਨੂੰ, ਸੰਗਤ ਨਾਲ ਫਤਿਹ ਸਾਂਝੀ ਕਰੋ। ਅਨਮਿਊਟ ਕਰ ਫਤਿਹ ਸਾਂਝੀ ਕਰੋ। ਹਾਂਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, MP ਸਿੰਘ ਜੀ, ਆਵਾਜ਼ ਆਈ ਜੀ? ਹਾਂਜੀ ਹਾਂਜੀ ਆ ਗਈ ਜੀ, ਫਤਿਹ ਤੁਹਾਡੀ ਪ੍ਰਵਾਨ ਹੋ ਗਈ। ਤੇ MP ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਮਨਮੋਹਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਟ੍ਰੇਲੀਆ ਤੋਂ ਸਰਦਾਰ ਤਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਟ੍ਰੇਲੀਆ ਤੋਂ ਹਰਜੀਤ ਸਿੰਘ ਜੀ ਨੇ ਪਹਿਲਾਂ ਫਤਿਹ ਬੁਲਾਈ ਤੁਹਾਨੂੰ ਸਭ ਨੂੰ, ਤੋਂ ਇੱਕ ਵਾਰ ਫੇਰ ਆਪ ਸਭ ਦਾ ਸਵਾਗਤ ਹੈ। तो आओ ਆਪਾਂ ਚਲੀਏ ਜੀ ਆਪਣੇ ਇਸ ਸੈਸ਼ਨ ਵੱਲ। ਤੋਂ ਜਿਹੜਾ ਪਹਿਲਾ ਸਵਾਲ ਆਪਾਂ ਡਿਸਕਸ ਕਰਨ ਲੱਗੇ ਹਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਆਪਾਂ ਨੰਬਰਿੰਗ ਸਿਸਟਮ, ਨੰਬਰਿੰਗ ਸਕੀਮ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਲਾਈ ਹੈ, ਉਹਦੇ ਬਾਰੇ ਆਲਰੇਡੀ ਵੀ ਕਈ ਵਾਰ ਡਿਸਕਸ ਹੋਇਆ ਹੈ ਤੇ ਅੱਜ ਫੇਰ ਸਵਾਲ ਆਇਆ। ਪਰ ਇਹ ਚੰਗੀ ਗੱਲ ਹੈ, ਇਸ ਤੋਂ ਪਤਾ ਲੱਗਦਾ ਕਿ ਅਸੀਂ ਗੁਰਬਾਣੀ ਨੂੰ ਸਮਝਣ ਦੀ ਕਿੰਨੀ ਕੋਸ਼ਿਸ਼ ਕਰਦੇ ਹਾਂ ਕਿ ਬਰੀਕ ਤੋਂ ਬਰੀਕ ਗੱਲ ਵੀ ਸਾਨੂੰ ਪਤਾ ਲੱਗਣੀ ਚਾਹੀਦੀ। ਹਾਲਾਂਕਿ ਬਾਣੀ ਸਮੁੰਦਰ ਹੈ, ਪਰ ਸਾਡਾ ਕੰਮ ਹੈ, ਸਾਡਾ ਫਰਜ਼ ਹੈ ਕਿ ਅਸੀਂ ਬਾਣੀ ਨੂੰ ਭੁੱਖਦੇ ਵਿਚਾਰਦੇ ਰਹੀਏ, ਜਿਹਦੇ ਨਾਲ ਸਾਡਾ ਕਲਿਆਣ ਹੋ ਸਕੇ। ਤੋਂ ਪਹਿਲਾ ਸਵਾਲ ਸਰ ਜਗਦੇਵ ਸਿੰਘ ਜੀ ਲੁਧਿਆਣਾ ਤੋਂ ਭੇਜਦੇ ਨੇ। ਇਹਨਾਂ ਦਾ ਸਵਾਲ ਹੈ ਜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 908 ਉੱਪਰ ਸਿਰਲੇਖ ਹੈ ਅਸ਼ਟਪਦੀਆਂ, ਪਰ ਵਿੱਚ ਪਦੇ 12 ਨੇ। ਇਸੇ ਤਰ੍ਹਾਂ ਪੰਨਾ 915 ਤੇ ਸਿਰਲੇਖ ਹੈ ਅਸ਼ਟਪਦੀਆਂ, ਪੰਨੇ 21 ਨੇ, ਖਿਮਾ ਕਰ ਪੈਰਾਗ੍ਰਾਫ 21 ਨੇ। ਤੇ 1172 ਸਿਰਲੇਖ ਜਿਹੜਾ 1172 ਪੰਨੇ ਦੇ ਸਿਰਲੇਖ ਹੈ ਦੁੱਤਕੇ, ਪਰ ਜਿਹੜਾ ਸ਼ਬਦ ਹੈ ਉਹਦੀਆਂ 4 ਤੁਕਾਂ ਨੇ। ਸੋ ਇਹਨੇ ਵੇ ਇਹ 3 ਕੁਐਸਚਨ ਹੈਗੇ ਨੇ। ਮੈਂ ਬੇਨਤੀ ਕਰ ਰਿਹਾ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਇਹਦੇ ਤੇ ਚਾਨਣਾ ਪਾਉਣ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰ ਚਰਨਜੀਤ ਸਿੰਘ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜੇ ਉਹ ਪੰਨੇ ਇੱਥੇ ਆਪਣੇ ਲੈਪਟਾਪ ਦੇ ਉੱਤੇ ਸਾਹਮਣੇ ਕਰ ਦੇਣ ਤਾਂ ਮੇਰੇ ਲਈ ਜਰਾ ਕੁ ਸੌਖਾ ਹੋ ਜਾਏਗਾ। ਜਿਹੜਾ ਤੁਹਾਡਾ ਪ੍ਰਸ਼ਨ ਹੈ ਸੀ 908 ਪੇਜ ਦੇ ਉੱਤੇ ਜੀ, ਇੱਕ ਵਾਰ ਦੁਹਰਾ ਦਿਓਗੇ ਸਾਰੇ ਕੁਐਸਚਨ? ਹਾਂਜੀ, 908 ਇੱਕ ਕਰਕੇ ਦੱਸਿਓ। ਉੱਪਰ ਸਿਰਲੇਖ ਹੈ ਜੀ ਅਸ਼ਟਪਦੀਆਂ, ਹਾਂਜੀ, ਥੱਲੇ ਜਿਹੜੇ ਬੰਦ ਹੈਗੇ ਨੇ ਉਹ 12 ਨੇ। ਹਾਂਜੀ, ਮਤਲਬ ਅਸ਼ਟਪਦੀ ਦੀ 8 ਮਤਲਬ ਤੋਂ 12 ਥੱਲੇ ਕਿਉਂ ਨੇ? ਵੀ ਇਹ ਤਾਂ ਗੁਰੂ ਸਾਹਿਬ ਹੀ ਜਾਣਦੇ ਆ, ਪਰ ਇਹ 12 ਪਦਿਆਂ ਨੂੰ ਵੀ ਅਸ਼ਟਪਦੀਆਂ ਵਿੱਚ ਹੀ ਸ਼ਾਮਿਲ ਕੀਤਾ ਗਿਆ, ਕਿਉਂਕਿ ਸਾਰੇ ਸੰਗ੍ਰਹਿ ਦਾ ਸਿਰਲੇਖ ਜਿਹੜਾ ਹੈ ਰਾਮਕਲੀ ਮਹਲਾ ਤੀਜਾ ਅਸ਼ਟਪਦੀਆਂ। ਹਾਂਜੀ ਜੀ ਜੀ, ਤੇ ਜਿਹੜੀ ਆ ਗਿਣਤੀ ਹੈਗੀ ਹੈ 12 1 10, ਇਹ ਸਮਝਣਾ ਚਾਹੁੰਦੇ ਸਿੰਘ? ਇਹਦੇ ਬਾਰੇ ਬੇਨਤੀ ਇਹ ਹੈ ਹਾਂਜੀ ਕਿ ਇਹ 12 ਪਦਿਆਂ ਦੀ ਅਸ਼ਟਪਦੀ ਹੈ। ਇਹਦੇ 12 ਪਦੇ ਨੇ ਜੀ, ਔਰ ਹੈ ਇੱਕ ਰੂਪ, ਇਸ ਕਰਕੇ 12 ਪਦੀਆਂ ਦੀ ਇੱਕ ਅਸ਼ਟਪਦੀ ਹੈ, ਜਿਹੜਾ ਦੂਸਰਾ ਇੱਕ ਲਗਾ ਦਿੱਤਾ। ਅੱਛਾ ਜੀ, ਅੱਗੇ ਉਹਦਾ ਅੰਕ ਹੈਗਾ 10। ਹਾਂਜੀ, 10 ਅੰਕ ਜਿਹੜਾ ਹੈ ਉਹ ਜੋ ਤਰਤੀਬ ਅਸ਼ਟਪਦੀਆਂ ਦੀ ਸ਼ੁਰੂ ਹੋਈ ਹੈ ਪੰਨਾ 902 ਤੋਂ ਲੈ ਕਰਕੇ ਅੱਗੇ ਹਾਂਜੀ 16 ਤੱਕ ਜੀ, तो 902 ਤੋਂ ਲੈ ਕੇ 916 ਤੱਕ ਜੀ, ਇਹਦੇ ਵਿੱਚ ਆਪਣੇ 902 ਤੋਂ ਲੈ ਕੇ 908 ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ 9 ਅਸ਼ਟਪਦੀਆਂ ਨੇ। ਠੀਕ ਹੈ ਜੀ, ਉੱਥੇ 9 ਅੰਕ ਲੱਗਿਆ ਹੋਇਆ ਜੀ। ਅੱਛਾ, ਇਹ ਹੁਣ ਅੱਗੇ ਕਿਉਂਕਿ
ਤੀਸਰੇ ਪਾਤਸ਼ਾਹ ਜੀ ਦੇ ਬਾਣੀ ਸ਼ੁਰੂ ਹੋਈ ਆ ਅਸ਼ਟਪਦੀਆਂ ਦੀ, ਹਾਂਜੀ ਤੇ ਇਹ 12 ਅੰਕ ਜਿਹੜਾ ਹੈ ਇਹ ਪਹਿਲੀ ਅਸ਼ਟਪਦੀ ਦੇ ਪਦਿਆਂ ਦਾ ਅੰਕ ਹੈ, ਜੀ ਤੇ ਇੱਕ ਅੰਕ ਜਿਹੜਾ ਹੈ ਉਹ ਇਸ ਸੰਗ੍ਰਹਿ ਦਾ ਪਹਿਲਾ ਸ਼ਬਦ ਹੈ, ਪਹਿਲੀ ਅਸ਼ਟਪਦੀ ਹੈ। ਹਾਂਜੀ ਤੇ 10 ਅੰਕ ਜਿਹੜਾ ਹੈ ਉਹ ਤਰਤੀਬ ਦੇ ਨਾਲ ਪਹਿਲੇ ਗੁਰੂ ਨਾਨਕ ਸਾਹਿਬ ਦੇ 9 ਅਸ਼ਟਪਦੀਆਂ ਆ ਚੁੱਕੀਆਂ, 10ਵੀਂ ਅਸ਼ਟਪਦੀ ਹੈ। ਠੀਕ ਹੈ ਇਹਨਾਂ ਅੰਕਾਂ ਤੋਂ ਇਹ ਸੇਧ ਲੈਣੀ ਹੈ। ਠੀਕ ਹੈ। ਤੇ ਜਿਹੜਾ ਅਗਲਾ ਸਵਾਲ 915 ਉਹ ਵੀ ਇਹਦੇ ਵਿੱਚ ਹੀ ਆ ਗਿਆ, ਕਿਉਂਕਿ ਇਸੇ ਤਰ੍ਹਾਂ ਉਹਦੇ ਨਾਲ ਮਿਲਦਾ ਹੀ ਹੈ। ਹਾਂਜੀ ਤੋ ਆਪਾਂ ਗੱਲ ਕਰ ਲਈਏ ਵੀ 1172 ਪੰਨੇ ਤੇ ਸਿਰਲੇਖ ਹੈ ਜੀ ਦੁੱਤਕੇ, ਹਾਂਜੀ ਉਹਦੇ ਸ਼ਬਦ ਦੇ ਜਿਹੜੇ ਪੈਰਾਗ੍ਰਾਫ ਜਿਹੜੇ ਤੁਕਾਂ ਨੇ ਉਹ 4 ਨੇ। ਹੁਣ ਹਾਂਜੀ। ਦੁੱਤਕੇ ਲਿਖਿਆ ਹੈ ਤੇ ਹੈ 4 ਤੁਕੇ ਨੇ। ਉਹਦੇ ਵਾਸਤੇ ਬੇਨਤੀ ਇਹ ਹੈ, 1172 ਪੰਨੇ ਦੇ ਉੱਤੇ ਬਸੰਤ ਮਹਿਲਾ ਤੀਜਾ ਘਰ ਪਹਿਲਾ ਦੋ ਤੁਕੇ। ਹਾਂਜੀ ਪਹਿਲਾਂ ਤੇ ਇਹਦਾ ਉਚਾਰਨ ਜਿਹੜਾ ਹੈ ਸ਼ੁੱਧ ਹੋਣਾ ਚਾਹੀਦਾ। ਇਹ ਦੋ ਤੁਕੇ ਨਹੀਂ ਹੈ, ਦੋ ਅੱਛਾ। ਤੁਕੇ। ਜਿਸ ਤਰ੍ਹਾਂ ਆਪਾਂ ਦੁਪੱਟਾ ਬੋਲਦੇ ਆ ਨਾ ਜੀ, ਠੀਕ ਇਸੇ ਤਰ੍ਹਾਂ ਇਹ ਦੋ ਤੁਕੇ, ਇਸ ਤਰ੍ਹਾਂ ਇਹਦਾ ਉਚਾਰਨ ਕਰਨਾ। ਇਸ ਤਰ੍ਹਾਂ ਕਿਸੇ ਥਾਂ ਦੇ ਉੱਤੇ ਆਏਗਾ 3 ਤੁਕਿਆਂ ਵਾਸਤੇ ਲਿਖਿਆ ਹੋਇਆ 3 ਤੁਕੇ, ਹਾਂਜੀ ਮਾੜਾ ਜਿਹਾ ਗੈਪ ਦੇ ਦੇਣਾ ਤੱਤੇ ਨੂੰ ਸਿਆਰੀ ਦੇ ਉੱਤੇ ਤੇ ਅੱਗੇ ਤੁਕੇ ਬੋਲ ਦੇਣਾ। ਠੀਕ ਹੈ ਇਹਨਾਂ ਦਾ ਉਚਾਰਨ ਇਸ ਤਰ੍ਹਾਂ ਹੋਣਾ ਚਾਹੀਦਾ। ਅੱਗੇ ਰਹੀ ਗੱਲ ਕਿ ਇਹ ਜਿਹੜਾ ਸੰਗ੍ਰਹਿ ਹੈ ਇਹਦੇ ਵਿੱਚ ਸਾਰੇ ਸ਼ਬਦ 17 ਨੇ, ਜਿਨ੍ਹਾਂ ਦੇ ਵਿੱਚੋਂ 12 ਸ਼ਬਦ ਜਿਹੜੇ ਆ ਉਹ ਦੋ ਤੁਕੇ ਹੈ, ਤੇ ਅਗਲੇ 5 ਸ਼ਬਦ ਜਿਹੜੇ ਆ ਉਹ ਇੱਕ ਤੁਕੇ ਨੇ। ਅੱਛਾ, ਹੁਣ ਉਹ ਦੋ ਤੁਕਿਆਂ ਦਾ ਮਸਲਾ ਜਿਹੜਾ ਨਾ ਜੀ ਵੀ ਲਾਈਨਾਂ ਤੇ 4 ਹੈ ਜੀ ਤੇ ਦੋ ਤੁਕੇ ਕਿੱਦਾਂ ਬਣੇ ਉਹਦੇ ਬਈ, ਕਿਉਂਕਿ ਇਹ ਛੋਟੀਆਂ ਲਾਈਨਾਂ ਹੈ। ਜਿਸ ਤਰ੍ਹਾਂ ਵੱਡੀ ਲਾਈਨ ਦੀ ਅੱਧੀ ਤੁਕ ਹੁੰਦੀ ਹੈ ਤੇ ਉਹ ਉਸ ਤਰੀਕੇ ਦੇ ਨਾਲ ਇਹ ਵੱਡੀ ਲਾਈਨ ਦਾ ਇੱਕ ਤੁਕ ਮੰਨੀ ਗਈ ਹੈ ਪੂਰੀ, ਜਿਹਦੇ 2 ਪਾਰਟ ਹੁੰਦੇ ਨੇ, 2 ਹਿੱਸੇ ਹੁੰਦੇ ਨੇ। ਠੀਕ ਸੋ ਇਹ ਜਿਹੜੀਆਂ 4 ਲਾਈਨਾਂ ਨੇ ਇਹ 2 ਸ਼ੁਮਾਰ ਕਰਕੇ ਇਹ ਦੋ ਤੁਕਾ ਬਣ ਜਾਂਦਾ ਹੈ। ਠੀਕ ਹੈ ਸਮਝ ਲੱਗੀ ਜੀ ਕਿ ਨਹੀਂ? ਠੀਕ ਹੈ ਜੀ ਵੀ ਉਹ ਜਿਹੜੀਆਂ 2 ਤੁਕਾਂ ਨੇ ਉਹ ਅੱਧੀ ਤੁਕ ਹੈ, ਤੇ ਦੂਸਰੀ ਲਾਈਨ ਵਿੱਚ ਵੀ ਅੱਧੀ ਤੁਕ ਹੈ। ਇਸ ਕਰਕੇ ਇਹ 2 ਤੁਕਾਂ ਵਾਲੇ ਸ਼ਬਦ ਬਣ ਗਏ। ਠੀਕ ਇਸ ਤਰ੍ਹਾਂ ਅੱਗੇ ਜਾ ਕਰਕੇ ਜਿਹੜੇ ਸ਼ਬਦ ਹੈਗੇ ਜੇ ਉਹ ਵੀਰ ਸਿੰਘ ਆਪਣੇ ਚਰਨਜੀਤ ਸੋਹਣੀ ਜਿਹੜਾ ਸਾਹਮਣੇ ਕਰ ਦੇਣ ਮਹਾਰਾਜ ਦਾ ਉਹ ਪੰਨਾ, ਉਹ ਸਰੂਪ, ਤਾਂ ਮੈਨੂੰ ਦੱਸਣਾ ਜ਼ਿਆਦਾ ਸੌਖਾ ਹੋ ਜਾਏਗਾ। 1277 ਪੰਨੇ ਦੇ ਉੱਤੇ ਇੱਕ ਤੁਕੇ ਲਿਖੇ ਨੇ। ਹਾਂਜੀ, ਆ ਸ਼ਬਦ ਹੈ ਜਿਤ ਹਰਿਆ ਸਾਹਿਬ ਜੀ ਜੰਤ। ਇਹ ਥੋੜਾ ਜਿਹਾ ਵਿਚਕਾਰ ਨੂੰ ਕਰਿਓ ਜੀ, ਮੇਰੇ ਇਹਦੇ ਤੇ ਲੈਪਟਾਪ ਦੇ ਉੱਤੇ ਇਹ ਅੱਗੇ ਪਿੱਛੇ ਹੋ ਗਿਆ। ਪਹਿਲਾ ਹੀ ਸ਼ਬਦ ਕੱਢਿਓ, ਬਸੰਤ ਇਹ ਸ਼ਬਦ ਇਸ ਸ਼ਬਦ ਦਾ ਟਾਈਟਲ ਉੱਪਰੋਂ ਕਰ ਲਓ ਜੀ। 1172 ਤੇ। ਅੱਛਾ 1172। ਹਾਂਜੀ, ਚਰਨਜੀਤ ਸਿੰਘ ਜੀ 1172। ਹਾਂਜੀ 1172 ਕਰ ਲਓ। ਹਾਂਜੀ ਇਹ ਐਡਜਸਟ ਕਰਿਓ ਜੀ, ਐਡਜਸਟ ਨਹੀਂ ਹੋਇਆ। ਇਹਦੇ ਅਰਥ ਸਾਹਮਣੇ ਆ ਗਏ ਤੇ ਉਹ ਤੁਕਾਂ ਰਹਿ ਗਈਆਂ ਪਿੱਛੇ। ਹਾਂਜੀ ਹੁਣ ਆ ਗਏ ਸਾਹਮਣੇ। ਹਾਂਜੀ, ਬਸੰਤ ਮਹਿਲਾ ਤੀਜਾ ਘਰ ਪਹਿਲਾ ਦੋ ਤੁਕੇ, ਇੱਕ ਓਮਕਾਰ ਸਤਿਗੁਰ ਪ੍ਰਸਾਦ। ਆ ਦੇਖੋ, ਮਹਾਰੁਤੀ ਮੈਂ ਸਦ ਬਸੰਤ ਜਿਤ ਹਰਿਆ ਸਾਹਿਬ ਜੀ ਜੰਤ। ਇਹ ਦੋ ਲਾਈਨਾਂ ਦੀ ਇੱਕ ਤੁਕ ਬਣੀ ਹੈ। ਠੀਕ ਹੈ ਜੀ। ਵੱਡੀਆਂ ਜਿਹੜੀਆਂ ਲਾਈਨਾਂ ਹੈ ਉਹਨਾਂ ਦੇ ਹਿਸਾਬ ਨਾਲ ਇਹ 2 ਤੁਕੇ ਜਿਹੜੇ ਹੈ। ਅਗਲੀਆਂ ਜਿਹੜੀਆਂ 2 ਲਾਈਨਾਂ, ਕਿਆਹੋਂ ਆਖਾਂ ਕਿਰਬ ਜੰਤ ਤੇਰਾ ਕਿਨਨ ਨਾ ਪਾਇਆ ਆਦ ਅੰਤ। ਇੱਕ ਤੁਕ ਇਹ ਬਣ ਗਈ ਹੈ ਜਿਨ੍ਹਾਂ ਦੇ 2 ਪਾਰਟਾਂ ਦੀ। ਇਸ ਤਰੀਕੇ ਦੇ ਨਾਲ ਇਹ 2 ਤੁਕਾਂ ਜਿਹੜੀਆਂ ਮੁਕੰਮਲ ਤੁਕਾਂ ਹੁੰਦੀਆਂ ਨੇ ਉਹਨਾਂ ਦਾ ਸੰਕੇਤ ਦਿੱਤਾ ਗਿਆ ਹੈ। ਤੇ ਇਹ 12 ਸ਼ਬਦ ਨੇ ਜਿਹੜੇ ਇਸੇ ਤਰ੍ਹਾਂ ਹੀ ਆਉਣਗੇ।
ਇਹਨਾਂ ਦੇ ਕਾਫੀਏ ਭਾਵੇਂ ਅਲੱਗ-ਅਲੱਗ ਹੋ ਜਾਣਗੇ, ਪਰ ਇਹਨਾਂ ਦੀ ਗਿਣਤੀ ਜਿਹੜੀ ਹੈ ਤੁਕਾਂ ਦੇ ਹਿਸਾਬ ਨਾਲ ਉਹ 2-2 ਲਾਈਨਾਂ ਮਿਲਾ ਕਰਕੇ ਇੱਕ ਤੁਕ ਮੰਨੀ ਗਈ ਹੈ। ਇਹ 12 ਸ਼ਬਦ 12ਵੇਂ ਸ਼ਬਦ ਤੱਕ ਇਸੇ ਤਰ੍ਹਾਂ ਹੀ ਚੱਲਦਾ ਹੈ। ਉਸ ਤੋਂ ਅੱਗੇ ਸਿਰਲੇਖ ਹੈਗਾ 1277 ਦੇ ਉੱਤੇ, ਉੱਥੇ ਇੱਕ ਤੁਕ ਲਿਖਿਆ ਹੋਇਆ, ਉਹ 5 ਸ਼ਬਦ ਨੇ। ਉਹਦੇ ਵਿੱਚ 2-2 ਲਾਈਨਾਂ ਦੀ ਇੱਕ ਤੁਕ ਮੰਨੀ ਗਈ ਹੈ। ਜਿਸ ਤਰ੍ਹਾਂ ਉਹ ਵੱਡੀ ਤੁਕ ਜਿਹੜੀ ਹੈ ਉਹ 2 ਲਾਈਨਾਂ ਦੀ ਇੱਕ ਤੁਕ ਬਣਦੀ ਹੈ, ਇਸ ਕਰਕੇ ਉੱਥੋਂ ਇੱਕ ਤੁਕੇ ਸਾਰੇ ਹੀ ਸ਼ਬਦ ਹੋ ਗਏ। ਉਹ 5 ਸ਼ਬਦ ਜਿਹੜੇ ਹੈ ਉਸ ਤਰੀਕੇ ਦੇ ਨਾਲ ਇੱਕ ਤੁਕੇ ਬਣ ਕਰਕੇ ਸਾਹਮਣੇ ਆ ਰਹੇ ਨੇ। ਤੇ ਹੋਰ ਗੁਰੂ ਸਾਹਿਬ ਨੇ ਇਹ ਤਰਤੀਬ ਇਸ ਤਰੀਕੇ ਦੇ ਨਾਲ ਦਿੰਦਿਆਂ ਹੋਇਆਂ ਇਹਨਾਂ ਦੇ ਨਾਲ ਦੀ ਨਾਲ ਸਿਰਲੇਖ ਦੇ ਦਿੱਤੇ ਨੇ ਔਰ ਜਾਣਕਾਰੀ ਦੇ ਦਿੱਤੀ ਹੈ ਕਿ ਇਹਨਾਂ ਦੀਆਂ ਲਾਈਨਾਂ ਦੀ ਗਿਣਤੀ ਕਿਸ ਤਰ੍ਹਾਂ ਕਰਨੀ। ਸੋ ਬਾਕੀ ਹੋਰ ਕੋਈ ਵਿਚਾਰ ਇਹਦੇ ਬਾਰੇ ਗੁਰਮੁਖ ਸੱਜਣ ਦੱਸ ਸਕਦੇ ਹਨ? ਧੰਨਵਾਦ ਕਰਾਂਗਾ। ਠੀਕ ਹੈ ਜੀ, ਗਿਆਨੀ ਜੀ ਨੇ ਵਿਸਥਾਰ ਸਹਿਤ ਦੱਸ ਦਿੱਤਾ ਕਿ ਕਿਸ ਤਰ੍ਹਾਂ ਲੰਬੀਆਂ ਤੁਕਾਂ ਜਿਹੜੀਆਂ ਸਾਨੂੰ 2 ਲੱਗਦੀਆਂ ਨੇ, ਅਸਲ 'ਚ ਇੱਕ ਹੈ। ਸੋ 2-2 ਦਾ ਮਤਲਬ ਜੋ ਜੋੜ ਕਰਕੇ ਇੱਕ ਤੁਕ ਬਣਦੀ ਹੈ। ਤੋ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ, ਕਿਉਂਕਿ ਇੱਕ ਬੜਾ ਵੱਡਾ ਗੁਲਦਸਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹਦੇ 'ਚ ਆਪਾਂ ਦੇਖਦੇ ਹਾਂ ਸਤਵਾਰੇ, 12ਵਾਂ, ਅਸ਼ਟਪਦੀਆਂ, ਦੋਹੇ, ਛੰਤ ਔਰ ਕਈ ਕੁਛ ਜਿਹੜਾ ਉਹ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਵੱਖ-ਵੱਖ ਵੰਨਗੀਆਂ ਮਿਲਦੀਆਂ ਨੇ। ਤੋ ਲੋੜ ਤਾਂ ਇੱਥੋਂ ਇੱਕ ਗੱਲ ਦੀ ਬੜੀ ਸਪਸ਼ਟ ਹੈ ਕਿ ਅਸੀਂ ਕਿੰਨਾ ਕੁ ਸਾਨੂੰ ਸਮਾਂ ਦੇਣਾ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੀ ਨੂੰ ਸਮਝਣ ਦੇ। ਤੋ ਜਿੰਨਾ ਸਮਾਂ ਵੱਧ ਤੋਂ ਵੱਧ ਕੋਈ ਦੇ ਸਕੇ ਉਨਾ ਹੀ ਵੱਡੇ ਭਾਗ ਨੇ। ਤੋ ਗਿਆਨੀ ਜੀ ਦਾ ਧੰਨਵਾਦ ਹੈ। ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ। ਅਗਲਾ ਸਵਾਲ ਜਿਹੜਾ ਹੈ ਇਹ ਸਰਬਜੀਤ ਸਿੰਘ ਜੀ ਨਿਊਯਾਰਕ ਤੋਂ ਉਹਨਾਂ ਨੇ ਭੇਜਿਆ। ਉਹਨਾਂ ਦਾ ਸਵਾਲ ਹੈ ਕਿ ਆਸਾ ਕੀ ਵਾਰ ਨਾਲ ਛੰਤ ਜੋੜ ਕੇ ਕੀਰਤਨ ਕਰਨ ਦੀ ਪਰੰਪਰਾ ਕਦੋਂ ਸ਼ੁਰੂ ਹੋਈ, ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਛੰਤ ਵੱਖਰੇ ਤੌਰ ਤੇ ਦਰਜ ਹਨ ਤੇ ਜਿਹੜੀ ਵਾਰ ਹੈ ਪੌੜੀਆਂ ਜਮਾ ਸ਼ਲੋਕ ਉਹ ਵੱਖਰੇ ਤੌਰ ਤੇ ਹਨ। ਵੀ ਇਹ ਇਸ ਤਰ੍ਹਾਂ ਕਿਉਂ ਹੈ? ਵੀ ਕਦ ਤੋਂ ਇਹ ਪ੍ਰਥਾ ਚੱਲ ਪਈ ਵੀ ਅਸੀਂ ਇਹਨਾਂ ਨੂੰ ਸਾਂਝੇ ਕਰਕੇ ਪੜ੍ਹਦੇ? ਮੈਂ ਬੇਨਤੀ ਕਰਾਂਗਾ ਸਰਦਾਰ ਮਨਮੋਹਨ ਸਿੰਘ ਜੀ ਨੂੰ ਕਿ ਉਹ ਕਿਰਪਾ ਕਰਕੇ ਤੇ ਚਾਨਣਾ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਜੋ ਸਵਾਲ ਪੜ੍ਹ ਕੇ ਸੁਣਾਇਆ ਕਿ ਆਸਾ ਦੀ ਵਾਰ ਜੋ ਹੈ ਜਦੋਂ ਰਾਗੀ ਸਿੰਘ ਕੀਰਤਨ ਕਰਦੇ ਹਨ, ਤੇ ਆਸਾ ਰਾਗ ਵਿੱਚ ਚੌਥੇ ਗੁਰਦੇਵ ਗੁਰੂ ਰਾਮਦਾਸ ਪਾਤਸ਼ਾਹ ਵੱਲੋਂ ਲਿਖੇ ਹੋਏ ਜੋ ਛੰਤ ਹਨ ਉਹ ਹਰ ਪੌੜੀ ਦੇ ਨਾਲ ਪੜ੍ਹੇ ਜਾਂਦੇ ਹਨ। ਕਦੋਂ ਤੋਂ ਪੜ੍ਹੇ ਜਾਣਾ ਸ਼ੁਰੂ ਹੋਏ ਇਹਦੇ ਬਾਰੇ ਵਿੱਚ ਜਦੋਂ ਅਸੀਂ ਥੋੜਾ ਜਿਹਾ ਖੋਜ ਕੀਤੀ ਹੈ ਤਾਂ ਉਹਦੇ ਵਿੱਚ ਕੋਈ ਇਹੋ ਜਿਹੀ ਤਾਰੀਖ, ਕੋਈ ਇਹੋ ਜਿਹਾ ਸਮਾਂ ਨਹੀਂ ਲੱਭਾ ਕਿ ਭਈ ਕਦੋਂ ਤੋਂ ਇਹਨਾਂ ਨੇ ਨਾਲ ਪੜ੍ਹਨਾ ਸ਼ੁਰੂ ਕੀਤਾ ਰਾਗੀ ਸਿੰਘਾਂ ਨੇ। ਲੇਕਿਨ ਜਿੱਥੇ ਤੱਕ ਖੋਜ ਕਰਨ ਦੇ ਨਾਲ, ਪੜ੍ਹਨ ਦੇ ਨਾਲ, ਥੋੜਾ ਜਿਹਾ ਪੜਚੋਲ ਕਰਨ ਦੇ ਨਾਲ ਜੋ ਸਾਹਮਣੇ ਇੱਕ ਸਾਡੇ ਕਹਿ ਸਕਦੇ ਹਾਂ ਕਿ ਇੱਕ ਜਾਣਕਾਰੀ ਸਾਨੂੰ ਲੱਭੀ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਕੀਰਤਨ ਦੀ ਪਰੰਪਰਾ ਜੋ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਚੱਲ ਰਹੀ ਸੀ। ਅਤੇ ਉਸ ਵੇਲੇ ਜੋ ਰਬਾਬੀ ਕੀਰਤਨੀਏ ਹੋਇਆ ਕਰਦੇ ਸਨ ਉਹ ਕੀਰਤਨ ਕਰਦੇ ਸਨ ਤੇ ਉਹਨਾਂ ਦੇ ਵਿੱਚ ਨਸਲ ਦਰ ਨਸਲ ਜੋ ਸੀ ਉਹ ਪਰੰਪਰਾ ਚੱਲਦੀ ਸੀ ਔਰ ਬਰਾਬਰ ਸੀ, ਲਗਾਤਾਰ ਚੱਲ ਰਹੀ ਸੀ। ਦਰਬਾਰ ਸਾਹਿਬ ਦੇ ਅੰਦਰ ਵੀ ਜੋ ਕੀਰਤਨ ਕਰਦੇ ਰਹੇ ਉਹ ਪਰੰਪਰਾ ਲਗਾਤਾਰ ਹੀ ਚੱਲਦੀ ਰਹੀ। ਦਰਬਾਰ ਸਾਹਿਬ ਦੇ ਅੰਦਰ ਜੋ ਕੀਰਤਨ ਦੇ ਵਿੱਚ ਸਭ ਤੋਂ ਵੱਧ ਕੇ ਲੰਮੇਰੀ ਉਮਰ ਦੇ ਕੀਰਤਨ ਕਰਨ ਵਾਲੇ ਨੇ ਉਹ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ, ਜੋ ਕਵਾੜ ਖੁੱਲਣ ਤੋਂ ਪਹਿਲਾਂ ਉੱਥੇ ਸੇਵਾ ਕਰਦੇ ਸਨ। ਆਸਾ ਦੀ ਵਾਰ ਦੇ ਕੀਰਤਨ ਦੀ 3.25 ਘੰਟੇ ਦੇ ਲਗਭਗ ਦੀ ਚੌਕੀ ਜੋ ਹੁੰਦੀ ਸੀ, ਪਹਿਲਾਂ 3.5 ਘੰਟੇ ਦੀ ਸੀ, ਫਿਰ ਉਹਨਾਂ ਨੇ 3.25 ਘੰਟੇ ਦੀ ਕਰ ਦਿੱਤੀ ਹੈ। ਪੁਰਾਤਨ ਮੈਂ ਸਮੇਂ ਦੀ ਗੱਲ ਕਰ ਰਿਹਾ, ਅੱਜ ਤੋਂ ਤਕਰੀਬਨ 1.5 ਸਦੀ ਪਹਿਲਾਂ ਦੀ ਜਾਂ 1 ਸਦੀ ਪਹਿਲਾਂ ਦੀ। ਹੁਣ ਉੱਥੋਂ ਇਹ ਹਵਾਲਾ ਦਿੱਤਾ ਜਾਂਦਾ ਹੈ ਕਿ ਲਗਭਗ 75 ਸਾਲ 70 ਤੋਂ 75 ਸਾਲ ਤੱਕ 2-4 ਸਾਲ ਇਸ ਤਰ੍ਹਾਂ ਤੇ 70 ਸਾਲ ਲਗਾਤਾਰ ਬਾਬਾ ਸ਼ਾਮ ਸਿੰਘ ਜੀ ਜੋ ਉੱਥੇ ਆਟਾ ਮੰਡੀ ਵਾਲੇ ਸਨ ਉਹ ਕੀਰਤਨ ਕਰਦੇ ਸਨ। ਤੇ ਇਹ ਜੋ ਆਸਾ ਦੀ ਵਾਰ ਦਾ ਕੀਰਤਨ ਹੈ ਬਿਲਕੁਲ ਇਸੇ ਤਰੀਕੇ ਦੇ ਨਾਲ ਇੱਕ ਰੀਤ ਜੋ ਹੈ ਚਲਦੀ ਆ ਰਹੀ ਹੈ, ਪੁਰਾਤਨ ਰੀਤ ਚਲਦੀ ਆ ਰਹੀ ਹੈ। ਸ਼ੁਰੂ ਕਦੋਂ ਹੋਈ ਇਹਦੇ ਬਾਰੇ ਚ ਕੋਈ ਹਵਾਲਾ ਨਹੀਂ, ਲੇਕਿਨ ਇੱਕ ਗੱਲ ਜੋ ਹੈ ਸਾਨੂੰ ਸਮਝਣ ਵਾਲੀ ਇਹ ਹੈ ਕਿ ਅੱਜ ਦਾ ਸਮਾਂ ਨਹੀਂ ਸੀ ਪਹਿਲਾਂ, ਕਿ ਜਿਵੇਂ ਅੱਜ ਅਸੀਂ ਬੈਠੇ ਹਾਂ ਤੇ ਇੱਥੋਂ ਜੋ ਮੈਂ ਬੋਲ ਰਿਹਾ
ਤੇ ਸਾਰੇ ਦਾ ਸਾਰਾ ਰਿਕਾਰਡ ਵੀ ਹੋ ਰਿਹਾ ਤੇ ਸਾਰੇ ਜਿਹੜੇ ਇੱਕੋ ਥਾਂ ਦੇ ਉੱਤੇ ਬੈਠੇ ਆਪਣੇ ਆਪਣੇ ਘਰ ਸੁਣ ਰਹੇ ਨੇ। ਜਾਂ ਅੱਜ ਕੋਈ ਇਸੇ ਵੇਲੇ ਜੇ ਕਿਤੇ ਕੋਈ ਘਟਨਾ ਵਾਪਰਦੀ ਹੈ ਸਾਰੇ ਵਿਸ਼ਵ ਦੇ ਅੰਦਰ ਇੱਕਦਮ ਜੋ ਹੈ ਉਹ ਪਹੁੰਚ ਜਾਂਦੀ ਹੈ। ਤੇ ਸਿੱਖ ਧਰਮ ਉਸ ਵੇਲੇ ਫੈਲਾਅ ਬਹੁਤ ਵੱਡਾ ਸੀ, ਬਹੁਤ ਵੱਡਾ ਕਹਿਣ ਤੋਂ ਭਾਵ ਕਿ ਉਸ ਵੇਲੇ ਕਾਬਲ ਕੰਧਾਰ ਤੱਕ ਵੀ ਸਿੱਖ ਸੰਗਤਾਂ ਸਨ, ਦੂਰ ਦੂਰ ਤੱਕ ਸਾਡਾ ਜੋ ਅਸੀਂ ਗੁਰੂ ਪਾਤਸ਼ਾਹ ਦੇ ਸਿੱਖ ਜੋ ਸਨ ਉਹ ਵਸੋਂ ਸੀ। ਤੇ ਆਸਾ ਦੀ ਵਾਰ ਦੀ ਪੂਰੇ ਵਿਸ਼ਵ ਦੇ ਅੰਦਰ ਕਰਨ ਦਾ ਇੱਕੋ ਇੱਕ ਤਰੀਕਾ ਹੈ। ਜੇ ਕਦੇ ਇਹ ਅਸੀਂ ਸਮਝਦੇ ਹਾਂ ਕਿ ਜੇ ਕਦੇ ਵਿੱਚੋਂ ਹੁੰਦਾ ਤੇ 70 ਸਾਲ ਜਿੰਨਾ ਰਾਗੀ ਸਿੰਘਾਂ ਨੇ ਉੱਥੇ ਕੀਰਤਨ ਕੀਤਾ ਤੇ ਕਿਤੇ ਕੋਈ ਅਗਰ ਥੋੜੀ ਬਹੁਤੀ ਕਿਤੇ ਤਬਦੀਲੀ ਵਿੱਚੋਂ ਦੀ ਹੁੰਦੀ, ਕਿਤੇ ਵਿੱਚੋਂ ਕੋਈ ਸ਼ੁਰੂ ਕਰਦਾ ਤੇ ਜ਼ਰੂਰ ਇਸ ਗੱਲ ਦਾ ਸਾਹਮਣੇ ਆ ਜਾਣੀ ਸੀ ਭਾਈ ਪਹਿਲਾਂ ਇਹ ਸੀ ਤੇ ਬਾਅਦ ਵਿੱਚ ਇਸ ਤਰ੍ਹਾਂ ਸ਼ੁਰੂ ਹੋ ਗਿਆ। ਮੈਂ 70 ਸਾਲ ਦੀ ਤਾਂ ਗੱਲ ਕਰ ਰਿਹਾ ਕਿ ਇੱਕੋ ਰਾਗੀ ਜਿੱਥੇ ਨੇ ਭਾਈ ਸ਼ਾਮ ਸਿੰਘ ਜੀ ਜੋ ਆਟਾ ਮੰਡੀ ਵਾਲੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਕੀਤੀ ਹੈ। ਤੇ ਦੂਜੀ ਗੱਲ ਕਿ ਅਜੋਕਾ ਸਮਾਂ ਜੋ ਹੈ ਇਹੋ ਜਿਹਾ ਸਮਾਂ ਨਹੀਂ ਸੀ ਕਿ ਕਿਸੇ ਰੀਤ ਨੂੰ, ਕਿਸੇ ਕੰਮ ਨੂੰ, ਕਿਸੇ ਹੁਕਮ ਨੂੰ, ਕਿਸੇ ਆਰਡਰ ਨੂੰ ਇੱਕੋ ਵਾਰ ਲਾਗੂ ਕਰੀਏ ਤੇ ਪੂਰੇ ਵਿਸ਼ਵ ਦੇ ਅੰਦਰ ਫੈਲ ਜਾਏ। ਲੇਕਿਨ ਇਹ ਚੀਜ਼ ਜੋ ਹੈ ਕਿ ਪੂਰੇ ਵਿਸ਼ਵ ਦੇ ਅੰਦਰ ਆਸਾ ਦੀ ਵਾਰ ਦੇ ਕੀਰਤਨ ਕਰਨ ਦਾ ਜੋ ਤਰੀਕਾਕਾਰ ਹੈ ਉਹ ਇੱਕੋ ਹੈ, ਬਿਲਕੁਲ ਇੱਕੋ ਹੈ। ਇਸ ਤੋਂ ਭਾਵ ਇਹ ਸਪਸ਼ਟ ਹੁੰਦਾ ਹੈ ਕਿ ਜੋ ਪਰੰਪਰਾ ਚਲੀ ਪੁਰਾਤਨ ਤੌਰ ਦੇ ਉੱਤੇ ਚਲੀ ਅਤੇ ਉਹ ਸਮੁੱਚੇ ਪੰਥ ਦੇ ਅੰਦਰ ਲਾਗੂ ਹੋ ਗਈ। ਸਮੁੱਚੇ ਪੰਥ ਦੇ ਅੰਦਰ ਇੱਕੋ ਤਰੀਕਾਕਾਰ ਹੈ। ਜੇ ਕਿਤੇ ਅੱਧ ਵਿਚਕਾਰੋਂ ਕਿਤੋਂ ਸ਼ੁਰੂ ਹੁੰਦੀ ਜਿਹਦਾ ਸਾਨੂੰ ਪਤਾ ਲੱਗਦਾ ਵੀ ਵਿੱਚੋਂ ਕਿਸੇ ਨੇ ਸ਼ੁਰੂ ਕੀਤੀ ਤੇ ਉਹ ਥਾਂ ਥਾਂ ਦੇ ਉੱਤੇ ਵੱਡੀ ਤੇ ਵੰਡੀ ਹੋਈ ਹੋਣੀ ਚਾਹੀਦੀ ਸੀ। ਫਿਰ ਮੈਂ ਬੇਨਤੀ ਕਰਾਂਗਾ ਕਿ ਕਦੋਂ ਸ਼ੁਰੂ ਹੋਈ ਇਹਦੇ ਬਾਰੇ ਵਿੱਚ ਸਾਨੂੰ ਕੋਈ ਗਿਆਨ ਨਹੀਂ, ਇਹਦੇ ਬਾਰੇ ਹਾਲਾਂ ਤੱਕ ਕੋਈ ਸਾਨੂੰ ਜੋ ਹੈ ਸਰੋਤ ਕੋਈ ਨਹੀਂ ਲੱਭਾ। ਲੇਕਿਨ ਪੂਰੇ ਵਿਸ਼ਵ ਦੇ ਅੰਦਰ ਇੱਕ ਸਾਰਤਾ ਜੋ ਹੈ ਇਹ ਗੱਲ ਸਾਬਤ ਕਰਦੀ ਹੈ ਕਿ ਇਹ ਰੀਤ ਜੋ ਹੈ ਪੁਰਾਤਨ ਤੌਰ ਦੇ ਉੱਤੇ ਚੱਲਦੀ ਆ ਰਹੀ ਹੈ। ਜਦੋਂ ਤੋਂ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਹੈ, ਜੇ ਕਦੇ ਵਿੱਚ ਕੋਈ ਸ਼ੁਰੂ ਕਰਦਾ ਤੇ ਇੱਕ ਥਾਂ ਦੇ ਉੱਤੇ ਕੋਈ ਹੋਰ ਹੁੰਦੀ, ਦੂਜੀ ਥਾਂ ਹੋਰ ਹੁੰਦੀ, ਤੀਜੀ ਥਾਂ ਹੋਰ ਹੁੰਦੀ। ਇਹ ਛੱਕੇ ਜੋ ਨੇ ਪੁਰਾਤਨ ਤੌਰ ਦੇ ਉੱਤੇ ਇੱਕ ਰੀਤ ਦੇ ਤੌਰ ਦੇ ਉੱਤੇ ਚੱਲਦੇ ਆ ਰਹੇ ਨੇ। ਤੇ ਇਹਦੇ ਵਿੱਚ ਹੋਰ ਕੋਈ ਜੇ ਕਿਤੇ ਕਿਸੇ ਦੇ ਕੋਲ ਕੋਈ ਜਾਣਕਾਰੀ ਹੈ ਤੇ ਉਹ ਜ਼ਰੂਰ ਉਹਦੇ ਉੱਤੇ ਚਾਨਣ ਪਾ ਸਕਦੇ ਨੇ। ਲੇਕਿਨ ਜਿੱਥੇ ਤੱਕ ਅਸੀਂ ਇਸ ਨੂੰ ਲੱਭਣ ਦਾ ਯਤਨ ਕੀਤਾ ਉਹਦੇ ਵਿੱਚ ਕੋਈ ਇਹੋ ਜਿਹਾ ਸਾਨੂੰ ਹਵਾਲਾ ਨਹੀਂ ਲੱਭਾ ਕਿ ਕਿਹੜੇ ਸਮੇਂ ਦੇ ਤੋਂ ਪਹਿਲਾਂ ਆਸਾ ਦੀ ਵਾਰ ਕਿਸ ਤਰ੍ਹਾਂ ਪੜ੍ਹੀ ਜਾਂਦੀ ਸੀ ਤੇ ਕਦੋਂ ਛੰਦ ਪੜ੍ਹਨੇ ਸ਼ੁਰੂ ਕੀਤੇ। ਲੇਕਿਨ ਇੱਕ ਸਾਡੇ ਸਾਹਮਣੇ ਜੋ ਮੈਂ ਫੇਰ ਬੇਨਤੀ ਕਰਦੇ ਹਾਂ, ਜੋ ਪੂਰੇ ਵਿਸ਼ਵ ਦੇ ਅੰਦਰ ਇੱਕੋ ਸਿਧਾਂਤ ਦੇ ਨਾਲ, ਇੱਕੋ ਤਰੀਕੇ ਦੇ ਨਾਲ, ਛੰਤਾਂ ਦੇ ਨਾਲ ਪੜ੍ਹੀ ਜਾ ਰਹੀ ਹੈ, ਇਹ ਗੱਲ ਸਾਬਤ ਕਰਦੀ ਹੈ ਕਿ ਅਜੋਕਾ ਮੀਡੀਆ ਦਾ ਯੁੱਗ ਨਹੀਂ ਸੀ ਤੇ ਪੂਰੇ ਵਿਸ਼ਵ ਦੇ ਅੰਦਰ ਜੇ ਕਦੇ ਹਰ ਗੁਰੂ ਘਰ ਦੇ ਅੰਦਰ ਇੱਕੋ ਤਰੀਕੇ ਨਾਲ ਪੜ੍ਹੀ ਜਾ ਰਹੀ ਹੈ ਤੇ ਸ਼ਾਇਦ ਜਦੋਂ ਤੋਂ ਵੀ ਸ਼ੁਰੂ ਹੋਈ ਇੱਕੋ ਵਾਰ ਵਿੱਚ ਸ਼ੁਰੂ ਹੋਈ, ਪੂਰੇ ਵਿਸ਼ਵ ਦੇ ਅੰਦਰ ਲਾਗੂ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਪੈਸੀਫਿਕ ਸਮਾਂ ਨਹੀਂ ਦੱਸਿਆ ਜਾ ਸਕਦਾ, ਵੀਰ ਜੀ ਨੇ ਦੱਸਿਆ, ਪਰ ਉਂਝ ਕਾਫੀ ਪੁਰਾਣਾ ਮਤਲਬ ਜਿੱਥੇ ਤੱਕ ਨਜ਼ਰ ਜਾਂਦੀ ਹੈ ਉੱਥੇ ਤੱਕ ਇਹ ਹਵਾਲੇ ਮਿਲਦੇ ਨੇ ਕਿ ਇਹ ਛੰਤ ਜਿਹੜੇ ਨਾਲ ਲਾ ਕੇ ਪੜ੍ਹੇ ਜਾਂਦੇ ਸੀ। ਇਹ ਠੀਕ ਹੈ ਗੱਲ ਕਿ ਜਿਹੜੇ ਛੰਤ ਨੇ ਉਹ ਪਹਿਲਾਂ ਲਿਖੇ ਨੇ ਉਸੇ ਰਾਗ ਵਿੱਚ, ਔਰ ਆਸਾ ਕੀ ਵਾਰ ਜਿਹੜੀ ਹੈ ਉਹ ਪੌੜੀਆਂ ਸ਼ਲੋਕਾਂ ਨਾਲ ਬਾਅਦ ਚ ਲਿਖੀ ਹੈ। ਪਰ ਉਂਝ ਮੈਂ ਬੇਨਤੀ ਕਰਦੇ ਹਾਂ ਵੀ ਤਕਰੀਬਨ ਦਰਬਾਰ ਸਾਹਿਬ ਤੋਂ ਹਰ 4 ਛੰਤਾਂ ਔਰ ਮਤਲਬ 4 ਪੌੜੀਆਂ ਤੋਂ ਬਾਅਦ ਇੱਕ ਸ਼ਬਦ ਵੀ ਨਾਲ ਲਾ ਕੇ ਗਾਇਨ ਕੀਤਾ ਜਾਂਦਾ ਹੈ। ਉਸ ਦਿਨ ਦੀ ਮਹੱਤਤਾ ਬਾਰੇ ਜਾਂ ਵੈਸੇ ਕਿਸੇ ਕਰਕੇ ਜਾਂ ਉਹਨਾਂ ਸ਼ਬਦਾਂ ਦੇ ਨਾਲ ਜੁੜਦਾ, ਤਾਂ ਜਿੱਥੇ ਛੰਤ ਪੜ੍ਹੇ ਜਾਂਦੇ ਨੇ ਉੱਥੇ ਸ਼ਬਦ ਵੀ ਨਾਲ ਪੜ੍ਹੇ ਜਾਂਦੇ। ਔਰ ਤਕਰੀਬਨ ਸਾਰੇ ਗੁਰਦੁਆਰਾ ਸਾਹਿਬਾਨ ਵਿੱਚ ਜਦ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਤਾਂ ਜਿੱਥੇ ਇਹ ਪੌੜੀਆਂ ਛੰਤ ਉੱਥੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਖੋ ਵੱਖ ਪੱਲਿਆਂ ਤੋਂ ਸ਼ਬਦ ਵੀ ਪੜ੍ਹੇ ਜਾਂਦੇ ਨੇ। ਤਾਂ ਇਸ ਕਰਕੇ ਇਹ ਇੱਕ ਰਵਾਇਤ ਹੈ ਤੇ ਇਹਦੇ 'ਚ ਕੋਈ ਖਾਸ ਅਗਰ ਹੋਰ ਗੱਲ ਹੈ ਮੈਂ ਅੰਮ੍ਰਿਤਪਾਲ ਸਿੰਘ ਨੂੰ ਬੇਨਤੀ ਕਰ ਰਿਹਾ ਵੀ ਉਹ ਵੀ ਥੋੜਾ ਚਾਨਣਾ ਪਾਉਣ। ਹਾਂਜੀ, ਵੀਰ ਮਨਮੋਹਨ ਸਿੰਘ ਹੋਣਾ ਜੀ ਨੇ ਬਹੁਤ ਸੁੰਦਰ ਵਿਆਖਿਆ ਕੀਤੀ ਹੈ। ਤੇ ਕਿਉਂਕਿ ਆਸਾ ਕੀ ਵਾਰ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੇ ਵਕਤ ਤੋਂ ਹੀ ਗਾਈ ਜਾਂਦੀ ਸੀ, ਪੜ੍ਹੀ ਜਾਂਦੀ ਸੀ। ਤੇ ਚੌਥੇ ਪਾਤਸ਼ਾਹ ਨੇ ਇਹ ਛੱਕੇ ਰਚੇ ਸਨ, ਛੰਤ ਰਚੇ ਸਨ। ਉਹਨਾਂ ਦੀ ਗਿਣਤੀ ਵੀ 24 ਸੀ। ਉਧਰ 24 ਪੌੜੀਆਂ ਤੇ ਇੱਧਰ 24 ਛੰਤ ਜਿਹੜੇ ਹੈ ਉਹ ਹੋ ਸਕਦਾ ਗੁਰੂ ਸਾਹਿਬ ਦੇ ਵਕਤ ਹੀ ਇਹ ਸ਼ੁਰੂ ਕਰ ਦਿੱਤੇ ਗਏ ਹੁਣ, ਪੰਚਮ ਪਾਤਸ਼ਾਹ ਦੇ ਵਕਤ ਜਾਂ ਉਸ ਤੋਂ ਬਾਅਦ ਕੋਈ ਸਮਾਂ। ਇੱਕ ਤਬਦੀਲੀ ਹੋਰ ਵੀ ਆਈ ਸੀ ਵੀ ਜਿਹੜੇ ਸ਼ਬਦ ਪੜ੍ਹੇ ਜਾਂਦੇ ਸੀ ਨਾ ਜੀ, ਰਾਗੀ ਸਿੰਘਾਂ ਦੀ ਇਹ ਕੋਸ਼ਿਸ਼ ਹੁੰਦੀ ਸੀ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਬਾਣੀ ਸੁਣਾਈ ਜਾਵੇ, ਔਰ ਜਿਹੜੀ ਬਾਣੀ ਸੁਣਾਈ ਜਾਵੇ ਉਹਦੇ ਨਾਲ ਪ੍ਰਮਾਣ ਦੇ ਕਰਕੇ ਵੀ ਇਸ ਤੁਕ ਦੀ ਔਰ ਗੁਰਬਾਣੀ ਦੇ ਅਰਥ ਸਪਸ਼ਟ ਕਰ ਦਿੱਤੇ ਜਾਣ। ਤੇ ਪ੍ਰਮਾਣਾਂ ਦਾ ਜਿਹੜਾ ਰਿਵਾਜ ਸੀ, ਕਿਉਂਕਿ ਇੱਥੇ ਦਰਬਾਰ ਦੇ ਕੀਰਤਨੀ ਹੋਏ ਨੇ ਭਾਈ ਚਾਂਦ ਜੀ, ਉਹ ਬੜੇ ਸ਼੍ਰੋਮਣੀ ਕੀਰਤਨੀਏ ਸੀ, ਪਰ ਉਸ ਵੇਲੇ ਬ੍ਰਾਹਮਣੀ ਪ੍ਰਭਾਵ
ਪੁਜਾਰੀਆਂ ਦੇ ਰਾਹੀਂ, ਮਹੰਤਾਂ ਦੇ ਰਾਹੀਂ ਦਰਬਾਰ ਸਾਹਿਬ ਦੇ ਵਿੱਚ ਕਾਇਮ ਸੀ। ਐਸੀ ਰਵਾਇਤ ਵੀ ਰਹੀ ਹੈ ਵੀ 12 ਵਜੇ ਤੱਕ ਤਾਂ ਜਿਹੜੇ ਪੰਜਾਬੀ ਕੀਰਤਨੀਏ ਹੁੰਦੇ ਸੀ, ਸਿੰਘ ਕੀਰਤਨੀਏ ਅੰਮ੍ਰਿਤਧਾਰੀ, ਉਹ ਕੀਰਤਨ ਕਰਿਆ ਕਰਦੇ ਸਨ, ਤੇ ਰਵਾਬੀਆਂ ਨੂੰ 12 ਵਜੇ ਤੋਂ ਬਾਅਦ ਟਾਈਮ ਦਿੱਤਾ ਜਾਂਦਾ ਸੀ। ਇਹ ਵਿਤਕਰਾ ਸੀ ਜਿਹੜਾ ਉਹ ਪੁਜਾਰੀਆਂ ਨੇ ਬ੍ਰਾਹਮਣੀ ਪ੍ਰਭਾਵ ਹੇਠਾਂ ਕਰਕੇ ਕਾਇਮ ਕੀਤਾ ਹੋਇਆ ਸੀ। ਪਰ ਜਦੋਂ ਭਾਈ ਚਾਂਦ ਇੱਥੇ ਆਏ, ਭਾਈ ਚਾਂਦ ਰਵਾਬੀਆਂ ਦੇ ਵਿੱਚੋਂ ਸਨ ਔਰ ਭਾਈ ਮਰਦਾਨੇ ਦੀ ਅੰਸ਼ ਦੇ ਵਿੱਚੋਂ ਸਨ, ਤੇ ਉਹਨਾਂ ਨੇ ਬਾਣੀ ਇਤਨੀ ਇੱਕ ਕੰਠ ਕੀਤੀ ਹੋਈ ਸੀ ਵੀ ਸਾਡੇ ਪੰਜਾਬੀ ਰਾਗੀ ਸਿੰਘ ਜਿਹੜੇ ਉਹਨਾਂ ਦੇ ਸ਼ਾਨੀ ਨਹੀਂ ਸੀ, ਇੰਨੀ ਬਾਣੀ ਉਹਨਾਂ ਦੇ ਕੰਠ ਸੀ। ਇਸ ਕਰਕੇ ਕੋਈ ਸਮਾਂ ਐਸਾ ਵੀ ਆਇਆ ਜਿਸ ਵੇਲੇ ਸੰਗਤਾਂ ਦੀ ਮੰਗ ਹੋ ਗਈ ਵੀ ਆਸਾ ਦੀ ਵਾਰ ਜਿਹੜੀ ਆ ਉਹ ਭਾਈ ਚਾਂਦ ਕੋਲੋਂ ਕਰਾਈ ਜਾਵੇ। ਅੱਛਾ, ਇਹ ਫਿਰ ਮੰਨਣੀ ਪਈ ਪੰਥ ਨੂੰ ਗੱਲ, ਤੇ ਆਸਾ ਦੀ ਵਾਰ ਜਿੰਨਾ ਚਿਰ ਭਾਈ ਚਾਂਦ ਇੱਥੇ ਰਹੇ ਦਰਬਾਰ ਸਾਹਿਬ ਦੇ ਵਿੱਚ, ਜਿੱਥੇ ਮਰਜੀ ਉਹ ਕੀਰਤਨ ਕਰਨ ਵਾਲਾ ਜਿੰਨੀ ਮਰਜੀ ਦੂਰੀ ਤੇ ਚਲ ਜਾਣ, ਪਰ ਉਹਨਾਂ ਨੇ ਆਸਾ ਦੀ ਵਾਰ ਦੇ ਸਮੇਂ ਸਵੇਰ ਦੇ ਕੀਰਤਨ ਵਾਸਤੇ ਜ਼ਰੂਰ ਪਹੁੰਚਣਾ ਹੀ ਪਹੁੰਚਣਾ ਹੁੰਦਾ ਸੀ। ਤੇ ਉਹਨਾਂ ਦੇ ਕੀਰਤਨ ਤੋਂ ਇੱਕ ਰਵਾਇਤ ਹੋਰ ਪੈ ਗਈ ਵੀ ਪ੍ਰਮਾਣਾਂ ਵਾਲਾ ਕੀਰਤਨ ਸ਼ੁਰੂ ਹੋ ਗਿਆ, ਕਿਉਂਕਿ ਉਹਨਾਂ ਨੂੰ ਬਾਣੀ ਇਤਨੀ ਯਾਦ ਸੀ। ਤੇ ਆ ਹੁਣ ਥੋੜਾ ਜਿਹਾ ਹੋਇਆ ਉਹਨਾਂ ਨੂੰ ਚੜ੍ਹਾਈ ਕਰ ਗਿਆ, ਇੱਥੇ ਉਹ ਪੰਜਾਬੀ ਯੂਨੀਵਰਸਿਟੀ ਵਾਲਿਆਂ ਨੇ ਬੁਲਾਏ ਵੀ ਸੀ, ਪਤਾ ਨਹੀਂ 80 ਦੀ ਗੱਲ ਹੈ ਕਿ 82 ਦੀ ਗੱਲ ਹੈ, ਤੇ ਉਸ ਵੇਲੇ ਉਹਨਾਂ ਦੇ ਨਾਲ ਵਾਰਤਾਲਾਪ ਵੀ ਹੋਏ ਸੀ। ਤੇ 1946 ਦੇ ਵਿੱਚ ਉਹ ਇੱਥੋਂ ਗਏ ਨੇ, ਉਹ ਖਾਸ ਘਟਨਾ ਦੀ ਉੱਥੇ ਕਿਸੇ ਕਹਿਣ ਦੀ ਲੋੜ ਨਹੀਂ ਹੈ। ਤੇ ਕੁਝ ਇਸ ਤਰ੍ਹਾਂ ਦੀ ਗੜਬੜ ਹੋ ਗਈ ਸੀ, ਕੀਰਤਨ ਸਮੇਂ ਹੀ ਕਿਸੇ ਬਾਹਰ ਕੀਰਤਨ ਕਰਨ ਗਏ ਸਨ, ਤੇ ਜਿੱਥੇ ਇਹ ਘਟਨਾ ਹੋ ਗਈ ਉਹਦੇ ਕਰਕੇ ਭਾਈ ਸਾਹਿਬ ਨੂੰ ਫਿਰ ਮਾਸਟਰ ਤਾਰਾ ਸਿੰਘ ਔਰ ਸਰਦਾਰ ਗੁਰਦਿਆਲ ਸਿੰਘ ਜੋ ਮੈਨੇਜਰ ਹੁੰਦੇ ਸੀ, ਉਹਨਾਂ ਨੇ ਪੇਸ਼ਕਸ਼ ਕੀਤੀ ਸੀ। ਜਦੋਂ 47 ਦਾ ਚੱਕਰ ਸ਼ੁਰੂ ਹੋਇਆ, ਇਹ ਤਕਰੀਬਨ 45 ਦੇ ਵਿੱਚੋਂ ਇਹ ਗੜਬੜ ਹੋਣੀ ਸ਼ੁਰੂ ਹੋ ਗਈ ਸੀ, ਤੇ ਭਾਈ ਸਾਹਿਬ ਨੂੰ ਉਸ ਵੇਲੇ ਇੱਥੋਂ ਛੁੱਟੀ ਕਰ ਦਿੱਤੀ ਗਈ ਕਿਉਂਕਿ ਕੋਈ ਖਾਸ ਘਟਨਾ ਹੋਣ ਕਰਕੇ। ਕੀਰਤਨ ਵੇਲੇ ਹੀ ਕੁਛ ਇਸ ਤਰ੍ਹਾਂ ਦੀ ਗੱਲਬਾਤ ਹੋ ਗਈ ਸੀ, ਤੇ ਭਾਈ ਸਾਹਿਬ ਨੂੰ ਕਿਹਾ, ਮਾਸਟਰ ਤਾਰਾ ਸਿੰਘ ਉਹਨਾਂ ਦਾ ਜ਼ਮਾਨਾ ਸੀ, ਮੈਨੇਜਰ ਸਰਦਾਰ ਗੁਰਦਿਆਲ ਸਿੰਘ ਉੱਥੇ ਸਨ, ਤੇ ਉਹ ਬੜੇ ਸਖਤ ਮੈਨੇਜਰ ਸਨ। ਉਦੋਂ ਰਹਿਤ ਮਰਜ਼ਾਦਾ ਜਿਹੜੀ ਉਹ ਬਣ ਚੁੱਕੀ ਸੀ, ਪਰ ਲਾਗੂ ਵੀ ਹੋ ਚੁੱਕੀ ਸੀ, ਹੋ ਰਹੀ ਸੀ। ਉਹਦੇ ਵਿੱਚ ਇਹ ਸੀ ਵੀ ਜਿਹੜਾ ਕੀਰਤਨ ਗੁਰੂ ਸਾਹਿਬ ਦੇ ਹਜ਼ੂਰੀ ਦੇ ਵਿੱਚ ਕਰਿਓ, ਅੰਮ੍ਰਿਤਧਾਰੀ ਸਿੰਘ ਹੀ ਹੋਣਾ ਚਾਹੀਦਾ। ਭਾਈ ਸਾਹਿਬ ਨੂੰ ਪੇਸ਼ਕਸ਼ ਕੀਤੀ ਗਈ ਵੀ ਤੁਸੀਂ ਅੰਮ੍ਰਿਤ ਛਕ ਲਵੋ ਤੇ ਮੁਆਫੀ ਮੰਗ ਲਵੋ ਤੇ ਦੁਬਾਰਾ ਕੀਰਤਨ ਸ਼ੁਰੂ ਕਰ ਦਿਓ, ਪਰ ਉਹਨਾਂ ਨੇ ਇਹ ਗੱਲ ਪ੍ਰਵਾਨ ਨਹੀਂ ਕੀਤੀ। ਪਰ ਹੋਰ ਜਿਹੜੇ ਰਬਾਬੀ ਹੈਗੇ ਸੀ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਬਜ਼ੁਰਗ ਕੀਰਤਨੀਏ ਜਿਹੜੇ, ਜਿਸ ਤਰ੍ਹਾਂ ਆਦਮਪੁਰੀਆਂ ਦੇ ਭਾਈ ਧਰਮ ਸਿੰਘ ਹੋਣਾ ਪਿਤਾ ਜੀ ਸਨ, ਤੇ ਹੁਣ ਮੈਨੂੰ ਨਾਂ ਇਸ ਵੇਲੇ ਉਹਨਾਂ ਦਾ ਵਿਸਰ ਗਿਆ। ਹਾਂਜੀ, ਜ਼ਖਮੀ ਜਿਹੜੇ ਸਨ ਨਾ ਭਾਈ ਧਰਮ ਸਿੰਘ, ਜਿਨ੍ਹਾਂ ਦੇ ਅੱਗੇ ਬੱਚਿਆਂ ਦਾ ਕੀ ਚੱਲ ਰਿਹਾ ਹੈ, ਪੀੜ੍ਹੀ ਦਰ ਪੀੜ੍ਹੀ ਚੱਲ ਰਹੀ, ਉਹਨਾਂ ਦੇ ਪਿਤਾ ਜੀ ਸਹਿਜਧਾਰੀ ਸਨ, ਪਰ ਉਹਨਾਂ ਨੇ ਅੰਮ੍ਰਿਤ ਛਕ ਲਿਆ, ਤਾਂ ਇਹ ਲੜੀ ਅੰਮ੍ਰਿਤਧਾਰੀਆਂ ਦੀ ਰਬਾਬੀਆਂ ਦੀ ਸ਼ੁਰੂ ਹੋਈ ਸੀ। ਸੋ ਭਾਈ ਸਾਹਿਬ ਨੂੰ ਬੇਨਤੀ ਕੀਤੀ ਗਈ ਸੀ ਵੀ ਤੁਸੀਂ ਅੰਮ੍ਰਿਤਧਾਰੀ ਹੋ ਜਾਓ ਤੇ ਤੁਹਾਨੂੰ ਪਾਕਿਸਤਾਨ ਜਾਣ ਦੀ ਲੋੜ ਨਹੀਂ ਹੈ, ਇੱਥੇ ਹੀ ਤੁਸੀਂ ਡਿਊਟੀ ਬਰਕਰਾਰ ਰੱਖੋ। ਇਹ ਗੱਲ ਉਹਨਾਂ ਨੇ ਪ੍ਰਵਾਨ ਨਹੀਂ ਕੀਤੀ, ਜਿਸ ਕਰਕੇ 1946 ਦੇ ਵਿੱਚ ਪਾਕਿਸਤਾਨ ਦੇ ਵਿੱਚ ਪਹਿਲਾਂ ਹੀ ਚਲੇ ਗਏ ਸਨ, ਵੰਡ ਹੋਣ ਤੋਂ ਪਹਿਲਾਂ ਇਸ ਤਰ੍ਹਾਂ ਦੀ ਘਟਨਾ ਗਈ। ਠੀਕ ਹੈ, ਠੀਕ ਹੈ, ਧੰਨਵਾਦ ਜੀ। ਗਿਆਨੀ ਜੀ ਨੇ ਬਹੁਤ ਸਾਨੂੰ ਕਦੀ ਸੁਣੇ ਨਹੀਂ, ਆਪਣੇ ਤਜਰਬੇ ਦੇ ਨਾਲ ਤੇ ਗਿਆਨੀ ਜੀ ਨੇ ਸਾਡੇ ਨਾਲ ਸਾਂਝੇ ਕੀਤੇ ਨੇ, ਬਹੁਤ ਬਹੁਤ ਧੰਨਵਾਦ ਹੈ। ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ। ਅਗਲਾ ਸਵਾਲ ਡਾਕਟਰ ਸੁੰਦਰ ਸਿੰਘ ਜੀ ਵੱਲੋਂ ਹੈ। ਗੁਰਬਾਣੀ ਤੋਂ ਨਾਨਕ ਨਾਮ ਸਲਾਹੇ ਮਨ ਤਨ ਸ਼ੀਤਲ ਹੋਏ। ਤੋ ਉਹਨਾਂ ਦਾ ਸਵਾਲ ਹੈ ਕਿ ਜੇ ਪਹਿਲੇ ਸੱਸਾ ਲੱਲੇ ਨੂੰ ਹਾਹੇ ਨੂੰ ਸਿਹਾਰੀ ਹੈ ਤਾਂ ਇਹ ਉਚਾਰਨ ਜਿਹੜਾ ਹੈ ਨਾਸਕੀ ਹੋਣਾ ਚਾਹੀਦਾ ਕਿ ਨਹੀਂ? ਇਹ ਗਿਆਨੀ ਜੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਹਦਾ ਵੀ ਜਵਾਬ ਦੇ ਦਿਓ। ਗਿਆਨੀ ਅਮਰਤਪਾਲ ਸਿੰਘ ਜੀ। ਗਿਆਨੀ ਅਮਰਤਪਾਲ ਸਿੰਘ।
ਮੇਰੇ ਖਿਆਲ ਸ਼ਾਇਦ ਉਹਨਾਂ ਦੇ ਫੋਨ 'ਚ ਨਾ ਕੋਈ I think ਉਹਨਾਂ ਦਾ ਇੰਟਰਨੈਟ ਸ਼ਾਇਦ ਡਿਸਕਨੈਕਟ ਹੋ ਚੁੱਕਾ ਜੀ, ਕਿਉਂਕਿ ਉਹ ਲਿਸਟ ਵਿੱਚ ਵੀ ਨਹੀਂ ਦਿਖਾ ਰਿਹਾ। ਇਹਨੂੰ ਉਸ ਤੋਂ ਬਾਅਦ 'ਚ ਲੈ ਲਾਂਗੇ। ਅਗਲਾ ਸਵਾਲ ਜਿਹੜਾ ਹੈ ਉਹ ਹੈ ਜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਟੀਕਾ ਹੈ ਉਹ ਸਭ ਤੋਂ ਪਹਿਲਾਂ ਕਿਹਨੇ ਕੀਤਾ ਸੀ? ਤੋ ਇਹ ਮੈਂ ਬੇਨਤੀ ਕਰਾਂਗਾ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੂੰ ਵੀ ਉਹ ਇਹਦੇ ਬਾਰੇ ਚਾਨਣਾ ਪਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਗਈ ਵੀਰ ਜੀ? ਆ ਰਹੀ ਆਵਾਜ਼ ਆ ਰਹੀ ਜੀ? ਆ ਰਹੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਸਭ ਤੋਂ ਪਹਿਲਾਂ ਕਿਹਨੇ ਕੀਤਾ? ਇਹ ਤੋਂ ਪਹਿਲਾਂ ਇੱਕ ਦੋ ਗੱਲਾਂ ਸਮਝਣੀਆਂ ਜ਼ਰੂਰੀ ਹੈ ਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਹਰ ਸਿੱਖ ਲਈ ਇਹ ਹੁਕਮ ਸੀ ਕਿ ਸਤਿਗੁਰੂ ਨੂੰ ਸਭ ਕੋ ਵੇਖਦਾ ਦਿੱਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਵਿਚਾਰ ਜਿਹੜੀ ਹੈ ਬਹੁਤ ਜ਼ਰੂਰੀ ਸੀ। ਇਹੀ ਕਾਰਨ ਹੈ ਗੁਰੂ ਸਾਹਿਬਾਨ ਨੇ ਹੁਕਮ ਕੀਤਾ ਕਲਯੁਗ ਮੈਂ ਕੀਰਤਨ ਪ੍ਰਧਾਨਾ। ਜਿੱਥੇ ਸਿੱਖ ਨੇ ਕੀਰਤਨ ਨਾਲ ਜੁੜੇ ਰਹਿਣਾ ਹੈ ਉੱਥੇ ਸਭ ਤੋਂ ਉੱਤਮ ਹਰ ਕੀ ਕਥਾ। ਪਰ ਹਰ ਕੀ ਕਥਾ ਨੂੰ ਸਮਝਣ ਸਮਝਾਉਣ ਵਾਸਤੇ ਕਰਨ ਕਰਾਉਣ ਵਾਸਤੇ ਜ਼ਰੂਰੀ ਸੀ ਕਿ ਐਸੀਆਂ ਉਦਮ ਉਪਰਾਲੇ ਕੀਤੇ ਜਾਂਦੇ। ਪਰ ਸੰਨ 1708 ਦੇ ਵਿੱਚ ਦਸ਼ਮੇਸ਼ ਪਿਤਾ ਜੀ ਤੋਂ ਲੈ ਕੇ ਖਾਲਸਾ ਰਾਜ 1699 ਤੱਕ ਸਿੱਖਾਂ ਤੇ ਅੱਤ ਦਾ ਸਮਾਂ ਰਿਹਾ। ਜੰਗਾਂ ਯੁੱਧਾਂ ਵਿੱਚ ਸ਼ਹੀਦੀਆਂ ਹੁੰਦੀਆਂ ਰਹੀਆਂ। ਉਹ ਸਾਰੇ ਇਤਿਹਾਸ ਤੋਂ ਆਪ ਜਾਣੋ। ਸੋ ਸਮਾਂ ਹੀ ਨਹੀਂ ਮਿਲ ਸਕਿਆ ਕਿ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਟੀਕਾ ਕੀਤਾ ਜਾਵੇ। ਖਾਲਸਾ ਰਾਜ ਤੋਂ ਬਾਅਦ ਫਿਰ ਉਦਮ ਉਪਰਾਲੇ ਜਿਹੜੇ ਇਸ ਪਾਸੇ ਵੱਲ ਸੋਚੇ ਗਏ ਤੇ ਜਦੋਂ ਅਸੀਂ ਇਹ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਟੀਕੇ ਕੁਝ ਸੰਪਰਦਾਵਾਂ ਦੀ ਇਹ ਮਨੌਤ ਹੈ ਕਿ ਦਸ਼ਮੇਸ਼ ਪਿਤਾ ਨੇ ਆਪ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਤੇ ਬਾਬਾ ਮਨੀ ਸਿੰਘ ਜੀ ਨੂੰ ਅਰਥ ਸਮਝਾ ਦਿੱਤੇ ਸਨ। ਉਹਨਾਂ ਤੋਂ ਜਿਹੜੀਆਂ ਸੰਪਰਦਾਵਾਂ ਚੱਲੀਆਂ ਉਹ ਸੱਤੋ ਵਾਲੀ ਗਲੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਬਾਬਾ ਦੀਪ ਸਿੰਘ ਜੀ ਦੀ ਸੰਪਰਦਾ ਜਿਹੜੀ ਹੈ ਟਕਸਾਲ ਉਹਦੇ ਨਾਲ ਜੋੜਿਆ ਜਾਂਦਾ ਹੈ। ਪਰ ਉਹ ਕੋਈ ਬਾਬਾ ਮਨੀ ਸਿੰਘ ਜੀ ਦੀ ਕੀਤੀ ਹੋਈ ਟੀਕਾ ਗਿਆਨ ਰਤਨਾਵਲੀ ਵਿੱਚ ਜਪਜੀ ਸਾਹਿਬ ਦੇ ਕੁਝ ਅਰਥ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਜੇ ਅਸੀਂ ਦੇਖਦੇ ਹਾਂ ਤਾਂ ਸਮਾਂ ਮਿਲ ਹੀ ਨਹੀਂ ਸਕਿਆ। ਇਹ ਬੜਾ ਅਰਥ ਦਾ ਸਮਾਂ ਸੀ ਤੇ ਜਦੋਂ ਸਿੱਖ ਰਿਆਸਤਾਂ ਕਾਇਮ ਹੋ ਗਈਆਂ, ਮਹਾਰਾਜਾ ਰਣਜੀਤ ਸਿੰਘ ਜੀ ਦੇ ਸਤਲੁਜ ਦਰਿਆ ਤੋਂ ਹੱਦ ਬਣ ਗਈ ਤੇ ਦੂਜੀਆਂ ਰਿਆਸਤਾਂ ਫੂਲਕੀਆਂ ਰਿਆਸਤਾਂ ਜਿਹੜੀਆਂ ਉਹ ਰਿਆਸਤਾਂ ਦੇ ਰਾਜਿਆਂ ਨੇ ਕੁਝ ਉਦਮ ਕੀਤਾ ਹੈ। ਉਹਨਾਂ ਵਿੱਚ ਸਭ ਤੋਂ ਪਹਿਲਾ ਉਦਮ ਜਿਹੜਾ ਹੈ ਉਹ ਭਾਈ ਸੰਤੋਖ ਸਿੰਘ ਜੀ ਦਾ ਮਿਲਦਾ ਹੈ ਕਿ 1853 ਈਸਵੀ ਵਿੱਚ ਆਨੰਦ ਕਾਨ ਸੰਨਿਆਸੀ ਨਾਮ ਦੇ ਇੱਕ ਪੰਡਤ ਨੇ, ਸੰਨਿਆਸੀ ਸਾਧ ਨੇ ਜਪਜੀ ਸਾਹਿਬ ਦਾ ਟੀਕਾ ਕੀਤਾ ਸੀ। ਪਰ ਉਹ ਜਪਜੀ ਸਾਹਿਬ ਦੇ ਟੀਕੇ ਦੇ ਵਿੱਚ ਉਹਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਬੜੀਆਂ ਗਲਤ ਬਿਆਨੀਆਂ ਕੀਤੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਨਾਂ ਦੇ 5 ਗੁਰੂ ਨੇ ਨਿਯਤ ਕਰ ਦਿੱਤੇ। ਗੁਰੂ ਈਸ਼ਰ, ਗੁਰੂ ਗੋਰਖ ਬ੍ਰਹਮਾ, ਗੁਰੂ ਪਾਰਵਤੀ, ਮਾਈ ਦੇ 2 ਟੁਕੜੇ ਕਰਕੇ ਲక్ష్ਮੀ ਤੇ ਸਰਸਵਤੀ ਤੇ 3 ਦੇਵਤੇ ਪਹਿਲੇ ਗੁਰੂ ਈਸ਼ਰਮੈ ਨੇ ਸ਼ਿਵ ਜੀ, ਬ੍ਰਹਮਾ ਤੇ ਗੋਰਖ। ਉਹ ਕਹਿੰਦਾ 5 ਗੁਰੂ ਨਾਨਕ ਪਾਤਸ਼ਾਹ ਦੇ ਹੋਏ। ਸਿੱਖ ਪੰਥ ਨੇ ਫਿਰ ਜਜ਼ਬਾਤ ਭੜ ਕੇ ਤੇ ਉਸ ਵੇਲੇ ਮਹਾਰਾਜਾ ਉਦੈ ਸਿੰਘ ਕੈਥਲ ਦੇ ਰਾਜਾ ਸਨ ਤੇ ਭਾਈ ਸੰਤੋਖ ਸਿੰਘ ਜੀ ਮਹਾਕਵੀ ਉਹਨਾਂ ਦੇ ਕੋਲ ਰਹਿੰਦੇ ਸਨ। ਉਹਨਾਂ ਨੇ ਪ੍ਰੇਰਨਾ ਕੀਤੀ ਕਿ ਇਸ ਟੀਕੇ ਦਾ ਜਵਾਬ ਤੁਸੀਂ ਦਿਓ ਤੇ ਗਰਭਗੰਜਨੀ ਨਾਂ ਦਾ ਜਪਜੀ ਸਾਹਿਬ ਦਾ ਟੀਕਾ ਭਾਈ ਸੰਤੋਖ ਸਿੰਘ ਜੀ ਨੇ ਪਹਿਲਾਂ ਕੀਤਾ। ਪਰ ਸੰਪੂਰਨ ਟੀਕੇ ਦੀ ਜਿੱਥੋਂ ਤੱਕ ਗੱਲ ਚੱਲਦੀ ਹੈ ਉਹ ਜਦੋਂ ਅਸੀਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਪਤਾ ਲੱਗਦਾ ਹੈ ਕਿ ਪੰਡਤ ਤਾਰਾ ਸਿੰਘ ਨਰੋਤਨ ਨੇ ਵੀ ਕੋਈ ਟੀਕਾ ਕੀਤਾ ਸੀ, ਪਰ ਉਹ ਟੀਕਾ ਮੁੜ ਕੇ ਅੱਜ ਤੱਕ ਮਿਲਿਆ ਨਹੀਂ। ਉਹਦੀ ਕੋਈ ਪ੍ਰਾਪਤੀ ਨਹੀਂ, ਉਹਦਾ ਕੋਈ ਪਤਾ ਨਹੀਂ ਲੱਗਾ। ਹਾਂ, ਇੰਨਾ ਕੁ ਪਤਾ ਲੱਗਦਾ ਹੈ ਕਿ ਦੂਜੇ ਵਿਦਵਾਨਾਂ ਨੇ ਭਾਈ ਕਾਹਨ ਸਿੰਘ ਜੀ ਨਾਭਾ ਨੇ ਗੁਰਮਤਿ ਮਾਰਤੰਡ ਵਿੱਚ ਜਿਵੇਂ ਮੂਲ ਮੰਤਰ ਦੇ ਅਰਥ ਕਰਦਿਆਂ ਹੋਇਆ ਉਹਨਾਂ ਨੇ ਕੋਈ ਸ਼ਰਾਰਤ ਕੀਤੀ ਸੀ। ਵੇਕ ਦਾ ਮਤਲਬ ਹੈ, ਓਂਕਾਰ ਦਾ ਮਤਲਬ ਰੱਬ ਹੈ ਤੇ ਇੱਕ ਦਾ ਮਤਲਬ ਜਿਹੜਾ ਉਹਨੂੰ ਇੱਕੋ ਹੀ ਸਿਮਰ ਸਕਦਾ ਬ੍ਰਾਹਮਣ। ਤੇ ਸਿੱਖਾਂ ਵਾਸਤੇ ਜੰਜੂ ਵੀ ਜ਼ਰੂਰੀ ਹੈ, ਟਿੱਕਾ ਲਾਣਾ ਵੀ ਜ਼ਰੂਰੀ, ਇੱਦਾਂ ਦੇ ਅਰਥ ਕੀਤੇ ਹੋਏ ਸਨ। ਸੋ ਭਾਈ ਮਹਾਕਵੀ ਸੰਤੋਖ ਸਿੰਘ ਜੀ ਤੋਂ ਜਪਜੀ ਸਾਹਿਬ ਦਾ ਟੀਕਾ ਕਰਵਾਇਆ ਗਿਆ ਸਭ ਤੋਂ ਪਹਿਲਾਂ। ਤੇ ਜਿੱਥੇ ਤੱਕ ਅਸੀਂ ਇਹ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲਾ ਟੀਕਾ ਜਿਹੜਾ ਹੈ
ਉਹ ਫੂਲਕੀਆ ਰਿਆਸਤ ਦੇ ਫਰੀਦਕੋਟ ਰਿਆਸਤ ਦੇ ਮਹਾਰਾਜਾ ਫਰੀਦਕੋਟ ਸਰਦਾਰ ਬਿਕਰਮ ਸਿੰਘ ਜੀ ਨੇ ਬਹੁਤ ਸਾਰੇ ਨਿਰਮਲੇ ਤੇ ਉਦਾਸੀ ਵਿਦਵਾਨਾਂ ਨੂੰ ਇਕੱਠੇ ਕਰਕੇ ਆਪਣੇ ਰਾਜ ਗਿਆਨੀ, ਜਿਹੜੇ ਸਟੇਟ ਦੇ ਰਾਜ ਦੇ ਮੁਖੀ ਗਿਆਨੀ ਸੀ, ਉਹਨਾਂ ਦੀ ਸਰਪ੍ਰਸਤੀ ਹੇਠ ਇਹ ਟੀਕਾ ਕਰਵਾਇਆ। ਤੇ ਲਿਖਣ ਵਾਲੇ ਵੀ ਭਾਈ ਸਾਹਿਬ ਭਾਈ ਬਦਨ ਸਿੰਘ ਜੀ ਉਹ ਰਾਜ ਗਿਆਨੀ ਹੋਏ ਸਨ। ਤੇ ਇਹ ਮਹਾਰਾਜਾ ਬਿਕਰਮ ਸਿੰਘ ਸਿੱਖੀ ਜਜ਼ਬਾਤ ਨਾਲ ਭਰਪੂਰ ਸਨ। ਇਹਨਾਂ ਦਾ ਜਨਮ 1842 ਵਿੱਚ 32 ਸਾਲ ਦੀ ਉਮਰ ਵਿੱਚ ਗੱਦੀ ਤੇ ਬੈਠੇ ਤੇ 8 ਅਗਸਤ 1898 ਨੂੰ ਇਹਨਾਂ ਦਾ ਦੇਹਾਂਤ ਹੋ ਗਿਆ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਪੰਨਾ 812 ਤੇ ਕੀਤਾ। ਇਹਨਾਂ ਦੀ ਬਹੁਤ ਵੱਡੀ ਦੇਣ ਜਿਹੜੀ ਹੈ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬਿਜਲੀ ਲਾਉਣ ਦਾ ਜਿਹੜਾ ਉਦਮ ਸੀ, ਬਿਜਲੀ ਸਪਲਾਈ ਦਾ, ਬਹੁਤ ਵਿਰੋਧ ਦੇ ਬਾਵਜੂਦ ਇਹ ਬਿਜਲੀ ਦਾ ਪ੍ਰਬੰਧ, ਬਿਜਲੀ ਸਿਸਟਮ ਲਾਗੂ ਕਰਨ ਦੇ ਲਈ ਭਾਈ ਇਹ ਰਾਜਾ ਬਿਕਰਮ ਸਿੰਘ ਸਫਲ ਹੋਏ। ਤੇ ਇਹਨਾਂ ਨੇ ਉਸ ਵੇਲੇ 25,000 ਰੁਪਇਆ ਆਪਣੇ ਕੋਲ ਦੇ ਕੇ ਦਰਬਾਰ ਸਾਹਿਬ ਵਿਖੇ ਸਾਰੀ ਬਿਜਲੀ ਜਿਹੜੀ ਹੈ ਉਹਦਾ ਸਿਸਟਮ ਚਾਲੂ ਕਰਵਾਇਆ ਸੀ। ਤੇ ਲੰਗਰ ਲਈ ਵੀ ਉਸ ਵੇਲੇ ਇਹਨਾਂ ਨੇ 75,000 ਰੁਪਇਆ ਦਿੱਤਾ ਸੀ। ਉਸ ਤੋਂ ਬਾਅਦ ਗਿਆਨੀ ਵਿਸ਼ਨ ਸਿੰਘ ਜੀ ਮੁਜੰਗਾ ਵਾਲੇ ਲਾਹੌਰ, ਜਿੱਥੇ ਸਾਈਂ ਮੀਆਂ ਮੀਰ ਜੀ ਰਹਿੰਦੇ ਸਨ, ਉੱਥੇ ਇੱਕ ਟੀਕਾ ਗਿਆਨੀ ਵਿਸ਼ਨ ਸਿੰਘ ਜੀ ਦਾ ਕੀਤਾ ਹੋਇਆ ਸਾਡੇ ਵੱਡੇ ਵੀਰ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਦੇ ਕੋਲ ਪਿਆ ਹੈ। ਉਹਨਾਂ ਨੇ ਵੀ ਸੰਪੂਰਨ ਟੀਕਾ ਕੀਤਾ ਹੈ। ਫਿਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕੋਸ਼ਿਸ਼ ਕੀਤੀ 3ਜੇ ਨੰਬਰ ਤੇ, ਪਰ ਉਹ 6 ਪੋਥੀਆਂ ਕਰਨ ਤੱਕ ਹੀ ਸਫਲ ਹੋਏ ਤੇ ਬਾਕੀ ਉਹਨਾਂ ਦਾ ਦੇਹਾਂਤ ਹੋ ਗਿਆ। ਉਹ ਸੱਚਖੰਡ ਪਿਆਨਾ ਕਰ ਗਏ। ਉਹ ਤੋਂ ਬਾਅਦ ਡਾਕਟਰ ਬਲਵੀਰ ਸਿੰਘ ਜੀ ਉਹਨਾਂ ਦੇ ਭਰਾਤਾ ਨੇ ਇਹ ਟੀਕਾ ਸੰਪੂਰਨ ਕੀਤਾ ਸੀ। ਬਾਕੀ 4 ਪੋਥੀਆਂ ਸ਼ਾਇਦ ਉਹਨਾਂ ਨੇ ਕੀਤੀਆਂ ਪੂਰਨ। ਸੋ ਭਾਈ ਵੀਰ ਸਿੰਘ ਜੀ ਦਾ ਵੀ ਇਹ ਉਦਮ ਸੀ। ਜਿਹੜਾ 3ਜਾ ਟੀਕਾ ਜਿਹੜਾ ਹੈ ਉਹ ਭਾਈ ਵੀਰ ਸਿੰਘ ਜੀ ਨੇ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਪ੍ਰੋਫੈਸਰ ਸਾਹਿਬ ਸਿੰਘ ਜੀ, ਉਹ ਸਾਰੇ ਮਸ਼ਹੂਰ ਹੈ, ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ। ਗੁਰਬਾਣੀ ਦਰਪਣ, ਗੁਰੂ ਗ੍ਰੰਥ ਸਾਹਿਬ ਦਰਪਣ, ਉਹ ਅਸੀਂ ਤੁਸੀਂ ਸਾਰੇ ਪੜ੍ਹਦੇ ਹਾਂ। ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਇੱਕ ਬਹੁਤ ਵੱਡੀ ਦੇਣ ਸੀ। ਇਸੇ ਤਰ੍ਹਾਂ ਪ੍ਰੋਫੈਸਰ ਹਰਵੰਸ ਸਿੰਘ ਜੀ, ਇਹਨਾਂ ਨੇ ਵੀ ਸੰਪੂਰਨ ਟੀਕਾ ਕੀਤਾ। ਉਹ ਤਾਂ ਹੁਣ ਸਾਡੇ ਸਮਕਾਲੀ ਹੀ ਹਨ। ਤੇ ਇੰਗਲਿਸ਼ ਦੇ ਵਿੱਚ ਜਿਹੜੇ ਟੀਕੇ ਕੀਤੇ ਗਏ ਉਹ ਸਰਦਾਰ ਮਨਮੋਹਨ ਸਿੰਘ ਜੀ ਤੇ ਸਰਦਾਰ ਡਾਕਟਰ ਗੋਪਾਲ ਸਿੰਘ ਜੀ ਦੋਵਾਂ ਨੇ ਸੰਪੂਰਨ ਟੀਕੇ ਕੀਤੇ ਹਨ। ਸੋ ਸਭ ਤੋਂ ਪਹਿਲਾ ਟੀਕਾ ਜਿਹੜਾ ਹੈ ਉਹ ਫਰੀਦਕੋਟੀਆ ਰਿਆਸਤ ਦੀ ਦੇਣ ਹੈ, ਜੋ ਗਿਆਨੀ ਬਦਨ ਸਿੰਘ ਜੀ ਦੀ ਸਰਪ੍ਰਸਤੀ ਤੇ ਉਹਨਾਂ ਦੀ ਲਿਖਤ ਵਿੱਚ ਬਹੁਤ ਸਾਰੇ ਨਿਰਮਲੇ ਅਤੇ ਸੰਨਿਆਸੀ ਵਿਦਵਾਨਾਂ ਨੇ ਕੀਤਾ ਸੀ। ਇਹ ਅੱਜ ਦਾ ਸਵਾਲ ਦਾ ਜਵਾਬ। ਇਤਨਾ ਕਿ ਹੋਰ ਕਿਸੇ ਨੂੰ ਜ਼ਿਆਦਾ ਜਾਣਕਾਰੀ ਹੋਵੇ ਉਹ ਦੱਸਣ ਦੀ ਕਿਰਪਾਲਤਾ ਕਰਿਓ ਤੇ ਅਸੀਂ ਵੀ ਆਪਣੇ ਗਿਆਨ ਵਿੱਚ ਵਾਧਾ ਕਰਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਾਂਗੇ। ਬਹੁਤ ਬਹੁਤ ਧੰਨਵਾਦ ਜੀ। ਭੁੱਲ ਗਲਤੀ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो बड़े विस्तार नाल वीर जी ने सानू दस्या और जो कुछ हुण तक सूचना मिल सकी है, इकट्ठी हो सकी है, उहदे मुताबक सब तो पुराना जिहड़ा टीका है वो फरीदकोटियां वाला टीका जिन्हों आपां आम तौर पर मशहूर है बदन सिंह दा लिखिया उही मिलता है। इस तो कोई पुराना कोई स्रोत मिल जाए तो वक्री गल है। अजे तक नहीं मिलिया। उधर पैनल च डिस्कस होया तो इत्थे तक ही असीं पहुंचे हैं कि सब तो ओल्डेस्ट ये है। मैं संगत ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕਿਉਂਕਿ ਕੰਪਿਊਟਰ ਦਾ ਯੁੱਗ ਹੈ, ਅਸੀਂ ਆਪਣੇ ਮੋਬਾਈਲ ਤੇ ਕੰਪਿਊਟਰ ਤੇ ਇਹ ਬਹੁਤ ਕੁਝ ਦੇਖਦੇ। ਦੇਖੋ ਸਮੇਂ ਦੀ ਘਾਟ ਹੋਣ ਕਰਕੇ ਕੋਈ ਚੀਜ਼ ਦੇਖਣੀ ਜਾਂ ਗਾਈਡੈਂਸ ਲੈਣੀ, ਕਿਉਂਕਿ ਇਹਦੇ ਵਿੱਚ ਕਾਫੀ ਕੰਮ ਕੱਟ ਸ਼ਾਰਟ ਹੋ ਜਾਂਦਾ, ਉਹ ਠੀਕ ਹੈ। ਪਰ ਮੈਂ ਬੇਨਤੀ ਕਰਦੇ ਹਾਂ ਖਾਸ ਕਰਕੇ ਜਿਹੜੇ ਇੰਗਲਿਸ਼ ਵਿੱਚ ਟੀਕੇ ਕੀਤੇ ਨੇ ਔਰ ਜਿਹੜੇ ਕੰਪਿਊਟਰ ਤੇ ਅਵੇਲੇਬਲ ਉਹਨਾਂ ਵਿੱਚ ਦੇਖਣ 'ਚ ਆਇਆ ਕਿ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਹਰ ਸ਼ਬਦ ਦਾ ਭਾਵ ਦਿੱਤਾ, ਪਰੰਤੂ ਜਿਹੜੇ ਇੰਗਲਿਸ਼ ਦੇ ਟੀਕੇ ਉਹ ਤਕਰੀਬਨ ਡਿਕਸ਼ਨਰੀ ਮੀਨਿੰਗ ਨੇ, ਉਹਨਾਂ 'ਚ ਭਾਵ ਨਹੀਂ ਮਿਲਦਾ। ਸੋ ਇਸ ਕਰਕੇ ਮੇਰੀ ਬੇਨਤੀ ਹੈ ਬਈ ਇਹ ਠੀਕ ਹੈ ਕਿ ਸਮਾਂ ਅੱਜ ਕੱਲ੍ਹ ਸਾਰੇ ਦੌੜ 'ਚ ਲੱਗੇ ਨੇ, ਸਮਾਂ ਦੀ ਬੜੀ ਘਾਟ ਹੈ, ਪਰ ਇਹ ਸਾਰੀ ਘਾਟ ਦੀ ਕਸਰ ਜਿਹੜੀ ਹੈ ਨਾ ਉਹ ਆਪਾਂ ਗੁਰਬਾਣੀ ਲਈ ਨਾ ਕੱਢੀਏ। ਬਾਕੀ ਕੰਮ ਤਾਂ ਆਪਾਂ ਕਰੀ ਜਾਂਦੇ 24 ਘੰਟੇ, ਤੇ ਗੁਰਬਾਣੀ ਦਾ ਕੰਮ ਅਸੀਂ ਕੱਟ ਛਾਟ ਕਰੀ ਜਾਂਦੇ ਹਾਂ, ਇਹ ਸਾਡੇ ਲਈ ਚੰਗਾ ਨਹੀਂ ਹੋਏਗਾ। ਤੋ ਇਸ ਕਰਕੇ ਮੈਂ ਬੇਨਤੀ ਕਰਦੀ ਹਾਂ ਜਿਸ ਵੇਲੇ ਆਪਾਂ ਗੁਰਬਾਣੀ ਦੇ ਅਰਥ ਸਮਝਣੇ ਨੇ ਤਾਂ ਫਿਰ ਸਮਾਂ ਕੱਢ ਕੇ ਟੀਕਿਆਂ ਤੋਂ ਪੋਥੀਆਂ ਤੋਂ ਸਮਝਿਆ ਜਾਏ, ਖਾਸ ਕਰਕੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੀਆਂ ਪੋਥੀਆਂ ਜਿਹੜੀਆਂ ਨੇ ਉਹਨਾਂ ਤੋਂ ਸਮਝਿਆ ਜਾਏ। ਤੇ ਜਿੱਥੋਂ ਤੱਕ ਇੰਗਲਿਸ਼ ਦਾ ਤਾਲੁਕ ਹੈ ਉਹ ਮੈਂ ਖੁਦ ਯਾਨੀ ਸੰਤ ਸਿੰਘ ਖਾਲਸਾ ਜੀ ਜਿਹੜੇ ਹੈਗੇ ਨੇ ਆਸਟ੍ਰੇਲੀਆ ਵਾਲੇ, ਉਹਨਾਂ ਨੇ ਵੀ ਕੀਤਾ ਹੈ, ਔਰ ਇੱਕ ਹੋਰ ਆਪਣਾ ਹੈਗੇ ਨੇ ਮਿਸਟਰ ਥਿੰਦ ਕਰਕੇ, ਉਹਨਾਂ ਨੇ ਵੀ ਕੀਤਾ ਹੈ। ਪਰ ਉਹਨਾਂ ਵਿੱਚ ਦੇਖਣ 'ਚ ਇਹ ਆਇਆ ਕਿ ਉਹ ਡਿਕਸ਼ਨਰੀ ਮੀਨਿੰਗ ਨੇ, ਸ਼ਬਦਾਂ ਦੇ ਭਾਵ ਨਹੀਂ ਦਿੱਤੇ। ਸੋ ਇਸ ਕਰਕੇ ਬੇਨਤੀ ਹੈ
ਕਿ ਆਪਾਂ ਨੂੰ ਸ਼ਬਦ ਭਾਵ ਵੱਲ ਚੱਲ ਬੜਾ ਜ਼ਿਆਦਾ ਜ਼ਰੂਰੀ ਹੈ, ਕੇਵਲ ਡਿਕਸ਼ਨਰੀ ਮੀਨਿੰਗ ਕਰਨ ਨਾਲ ਗੱਲ ਨਹੀਂ ਬਣਦੀ। ਇਸ ਕਰਕੇ ਸਮਾਂ ਕੱਢ ਕੇ ਪੋਥੀਆਂ ਤੋਂ ਇਹਦੇ ਜਿਹੜੇ ਅਰਥ ਨੇ ਉਹ ਸਮਝਣ ਦੀ ਕੋਸ਼ਿਸ਼ ਕੀਤੀ ਜਾਏ। ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਕਿ ਆਪਾਂ ਨੂੰ ਕੰਪਿਊਟਰ ਦਾ ਯੁੱਗ ਜ਼ਰੂਰ ਹੈ, ਪਰ ਸਾਨੂੰ ਫਿਰ ਵੀ ਪਾਠ ਕਰਨ ਲਈ ਸਮਾਂ ਗੁਟਕਾ ਤੋਂ ਹੀ ਕਰਨ ਦਾ ਕੱਢਣਾ ਚਾਹੀਦਾ, ਐਮਰਜੈਂਸੀ ਨੂੰ ਛੱਡ ਕੇ। ਇਹ ਬੇਨਤੀ ਪ੍ਰਵਾਨ ਕਰਨ ਜੀ, ਧੰਨਵਾਦ। ਚਲੋ ਆਪਾਂ ਅਗਲੇ ਸ਼ਬਦ ਵੱਲ ਚੱਲਦੇ ਹਾਂ ਜੀ। ਇਹ ਗਿਆਨੀ ਜੀ ਲਾਈਨ ਤੇ ਹੈ, ਗਿਆਨੀ ਅਮਰਪਾਲ ਸਿੰਘ ਜੀ। ਹਾਂਜੀ ਗਿਆਨੀ ਜੀ, ਸਵਾਲ ਤੁਹਾਡੇ ਲਈ ਸੀ। ਨਾਨਕ ਨਾਮ ਸਲਾਹ ਹੈ। ਰਾਜਾ ਸਿੰਘ ਜੀ, ਮੈਂ ਟ੍ਰਾਂਸਲੇਸ਼ਨ ਦੇ ਬਾਰੇ ਗੱਲ ਕਰਨਾ ਚਾਹੁੰਦਾ ਕਿ ਇੰਗਲਿਸ਼ ਦੇ ਵਿੱਚ ਜਿਹੜੀ ਹੈ ਉਹ ਇੱਕ ਮਕਾਲਾ ਫੋਰ ਟਰੰਪ ਨੇ ਵੀ ਇੰਗਲਿਸ਼ ਦੇ ਜਿਹੜੀ ਆ ਉਹ ਟ੍ਰਾਂਸਲੇਸ਼ਨ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਸੀਗੀ, ਲੇਕਿਨ ਉਹਦੇ ਵਿੱਚ ਵੀ ਪੂਰਨਤਾ ਜਿਹੜੇ ਉਹ ਨਿਰਮਲਿਆ ਦਾ ਜ਼ਿਆਦਾ ਯੋਗਦਾਨ ਸੀਗਾ, ਉਹਦਾ ਪ੍ਰਭਾਵ ਸੀ, ਇਸ ਕਰਕੇ ਪੰਥ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਸੀ ਕੀਤਾ। ਠੀਕ ਹੈ, ਠੀਕ ਹੈ, ਧੰਨਵਾਦ ਜੀ। ਤੋ ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ ਗਿਆਨੀ ਜੀ। ਸਵਾਲ ਹੈ, ਨਾਨਕ ਨਾਮ ਸੱਸਾ ਲੱਲੇ ਨੂੰ ਕਰਨਾ, ਹਾਹੇ ਨੂੰ ਸਿਆਰੀ, ਐੜੇ ਨੂੰ ਦੁਲਾਵਾਂ, ਅੱਗੇ ਹੈ ਮਨ ਤਨ ਸ਼ੀਤਲ ਹੋਏ। ਤੋ ਇਹ ਡਾਕਟਰ ਸੁੰਦਰ ਸਿੰਘ ਜੀ ਦਾ ਸਵਾਲ ਹੈ ਕਿ ਸ਼ਬਦ ਵਿੱਚ ਪੱਪਾ ਹਾਹੇ ਨੂੰ ਸਿਆਰੀ ਲੱਲੇ ਨੂੰ ਦੇ ਸਲਾਹ, ਖਿਮਾ ਕਰਨਾ, ਪਹਿਲੇ ਸੱਸਾ ਲੱਲੇ ਨੂੰ ਕਰਨਾ, ਹਾਹੇ ਨੂੰ ਸਿਆਰੀ ਸਲਾਹ ਹੈ, ਇਸ ਲਈ ਇਹਦਾ ਉਚਾਰਨ ਨਾਸਕੀ ਹੋਣਾ ਹੈ ਕਿ ਨਹੀਂ ਨਾਸਕੀ ਹੋਣਾ? ਹਾਂ, ਇਹਦਾ ਉਚਾਰਨ ਜਿਹੜਾ ਜੀ ਉਹ ਬਿੰਦੀ ਨਾਲ ਕਰਨਾ, ਸਪਸ਼ਟ ਗੱਲ ਹੈ। ਉਹ ਜਿਹੜਾ ਨਾਸਕੀ ਹੈ ਉਹਦਾ ਲੁਕਮਾ ਅਰਥ ਜਿਹੜਾ ਵੀ ਬਿੰਦੀ ਲਾ ਕੇ ਕਰਨਾ ਕਿ ਬਿੰਦੀ ਤੋਂ ਬਿਨਾਂ ਕਰਨਾ ਹੈ। ਸੋ ਮੈਂ ਇਸ ਗੱਲ ਨੂੰ ਸਪਸ਼ਟ ਕਰਦਾ ਕਿ ਇੱਥੇ ਬਿੰਦੀ ਲਾਉਣ ਦੀ ਲੋੜ ਹੈ, ਕਿਉਂਕਿ ਪੂਰਨ ਕਾਰਦੰਤਕ ਵਿਆਕਰਨ ਦੇ ਹਿਸਾਬ ਨਾਲ ਹੈ, ਜਿਸ ਕਰਕੇ ਇਹ ਸਲਾਹੀਆਂ ਹੋ ਜਾਣ। ਇਹਨੂੰ ਬਿੰਦੀ ਦੇ ਨਾਲ ਬੋਲ ਕਰਕੇ ਸਪਸ਼ਟਤਾ ਇਹਦੀ ਜ਼ਾਹਰ ਹੁੰਦੀ ਹੈ। ਇਹਦਾ ਪਾਠ ਇਸੇ ਤਰ੍ਹਾਂ ਹੀ ਕੀਤਾ ਜਾਣਾ। ਠੀਕ ਹੈ, ਸਲਾਹੇ ਮਤਲਬ ਬਣ ਗਿਆ ਸਲਾਹਣ ਦੇ ਨਾਲ, ਹੋਰ ਵੀ ਬਹੁਤ ਸਲਾਹਣ ਕਰਕੇ, ਜਿਵੇਂ ਕਰਕੇ ਮੰਨੇ ਤੇ ਬਿਲਕੁਲ ਤੇ ਅਸੀਂ ਆਮ ਤੌਰ ਤੇ ਦੇਖਿਆ ਕਿ ਪਾਠ ਕਰਨ ਗਿਆ ਹੁਣ ਮੰਨੀਆਂ ਹੀ ਪੜਿਆ ਜਾਂਦਾ, ਜਦ ਕਿ ਸਿਹਾਰੀ ਬਿਹਾਰੀ ਦਾ ਫਰਕ ਸਾਨੂੰ ਸਮਝਣਾ ਜ਼ਰੂਰੀ ਹੈ। ਤਾਂ ਨੰਨੇ ਦੀ ਸਿਹਾਰੀ ਲਾਵਾਂਗੇ, ਐੜੇ ਨੂੰ ਦੁਲਾਵੀਆਂ ਹੋਣਗੀਆਂ, ਜਿਵੇਂ ਗਿਆਨੀ ਜੀ ਨੇ ਦੱਸਿਆ ਨਾਸਕੀ ਬਣ ਜਾਏਗਾ, ਤੇ ਮੰਨਿਆ ਮੰਨਣ ਦੇ ਨਾਲ। ਇਸ ਕਰਕੇ ਮੰਨਿਆ ਨੂੰ ਆਪਾਂ ਮੰਨੀਏ ਨਾ ਪੜ ਜਾਈਏ। ਬਾਣੀ ਮੈਂ ਪਹਿਲੇ ਵੀ ਬੇਨਤੀ ਕੀਤੀ ਹੈ ਕਿ ਠੀਕ ਹੈ ਕਿ ਸਾਡੀ ਅੱਜ ਜ਼ਿੰਦਗੀ ਦੀ ਰਫ਼ਤਾਰ ਬੜੀ ਤੇਜ਼ ਹੈ, ਪਰ ਤੇਜ਼ ਰਫ਼ਤਾਰ ਦੀ ਸਾਰੀ ਕਸਰ ਜਿਹੜੀ ਹੈ ਆਪਾਂ ਗੁਰਬਾਣੀ ਤੇ ਨਾ ਕੱਢੀਏ ਵੀ ਘੱਟ ਤੋਂ ਘੱਟ ਟਾਈਮ ਅਸੀਂ ਗੁਰਬਾਣੀ ਲਾਈਏ। ਹੁਣ ਗੁਰਦੁਆਰਿਆਂ ਦੇ ਵਿੱਚ ਵੀ ਜਿਹੜੀ ਬੈਠਕ ਹੈ ਉਹ ਘੱਟ ਗਈ, ਔਰ ਪਾਠ ਕਰਨ 'ਚ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਚਲੋ ਹੁਣ ਕੰਮ ਤੇ ਜਾ ਰਹੇ ਹਾਂ ਤੇ ਕੈਸਟ ਲਾਈਏ ਗੱਡੀ ਦੇ ਵਿੱਚ, ਜਾਂ ਉਸ ਤਰ੍ਹਾਂ ਸੁਣਦੀ ਜਾਈਏ ਜਾਂ ਕੰਨਾਂ ਨਾਲ ਲੱਗ ਸੁਣੀ। ਦੇਖੋ, ਐਮਰਜੈਂਸੀ ਨੂੰ ਛੱਡ ਕੇ ਮੇਰੀ ਬੇਨਤੀ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਰੋਟੀ ਬੈਠ ਕੇ ਕੱਢਦੇ ਹਾਂ, ਇਸ਼ਨਾਨ ਕਰਨ ਲੱਗਿਆ ਅਸੀਂ ਆਪਣਾ ਸਮਾਂ ਕੱਢਦੇ ਹਾਂ, ਰੋਟੀ ਖਾਣ ਲਈ ਸਮਾਂ ਕੱਢਦੇ ਹਾਂ, ਗੱਲਬਾਤ ਲਈ ਸਮਾਂ ਕੱਢਦੇ ਹਾਂ, ਕਿਰਪਾ ਕਰਕੇ ਨਿਤਨੇਮ ਔਰ ਗੁਰਬਾਣੀ ਦੇ ਅਭਿਆਸ ਲਈ ਸਾਨੂੰ ਬੈਠ ਕੇ ਸਮਾਂ ਜ਼ਰੂਰ 24 ਘੰਟਿਆਂ 'ਚੋਂ ਆਪਣਾ ਈਅਰ ਮਾਰਕ ਕਰਨਾ ਚਾਹੀਦਾ। ਧੰਨਵਾਦ ਜੀ। ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ। ਅਗਲਾ ਸਵਾਲ ਹੈ ਜੀ ਕਿ ਇਹ ਸਵਾਲ ਹੈ ਸਰ ਕੁਲਦੀਪ ਸਿੰਘ ਫਿਰੋਜ਼ਪੁਰ ਵਾਲਿਆਂ ਵੱਲੋਂ ਕਿ ਬੇਨਤੀ ਚੌਪਾਈ ਵਿੱਚ ਆਏ ਸ਼ਬਦ ਕੱਕਾ ਰਰੇ ਨੂੰ ਸਿਹਾਰੀ, ਯਈਏ ਨੂੰ ਦੁਲਾਵਾਂ, ਕਰਿਆ ਸੰਘਰਿਆ, ਉਭਰਿਆ ਨਿਵਰਿਆ ਆਦਿ ਦਾ ਉਚਾਰਨ ਅਤੇ ਜਾਪ ਬਾਣੀ ਵਿੱਚ ਪੌੜੀ ਨੰਬਰ 118 ਵਿੱਚ ਆਏ ਸ਼ਬਦ ਮਾਂ ਨੂੰ ਕੰਨਾ, ਨੰਨੇ ਸਿਹਾਰੀ, ਯਈਏ ਨੂੰ ਦੁਲਾਵੀਆਂ, ਪੱਪੇ ਦੇ ਪੈਰ 'ਚ ਰਰਾ, ਧੱਦੇ ਨੂੰ ਕੰਨਾ, ਨੰਨੇ ਨੂੰ ਸਿਹਾਰੀ, ਯਈਏ ਨੂੰ ਦੁਲਾਵੀਆਂ ਆਦਿ ਇਹ 4 ਅੱਖਰ ਨੂੰ ਲਿਖੇ ਨੇ। ਤਾਂ ਇਹ ਸ਼ਬਦ ਇਹਨਾਂ ਦਾ ਉਚਾਰਨ ਕੀ ਕਰਨਾ ਹੈ, ਇਹ ਉਹਨਾਂ ਨੇ ਸਾਨੂੰ ਪੁੱਛਿਆ, ਤੇ ਮੈਂ ਬੇਨਤੀ ਕਰਾਂਗਾ ਸਤਿਜਿੰਦਰ ਸਿੰਘ ਜੀ ਨੂੰ ਬਈ ਇਹਨਾਂ ਸ਼ਬਦਾਂ ਦੇ ਉਚਾਰਨ ਬਾਰੇ ਕਿਰਪਾ ਕਰਕੇ ਦੱਸਿਆ ਜਾਏ। ਜੀ ਇਹ ਸਵਾਲ MP ਸਿੰਘ ਨੂੰ ਉਸ ਦਿਨ ਟ੍ਰਾਂਸਫਰ ਹੋ ਗਿਆ ਸੀ ਜੀ। ਚਲੋ ਉਹ ਕਰ ਦੇਣ, ਸਾਨੂੰ ਅਸੀਂ ਸਭ ਨੂੰ ਇੱਕ ਅੱਖ ਨਾਲ ਦੇਖਦੇ ਹਾਂ ਜੀ। MP ਸਿੰਘ ਜੀ ਤੁਸੀਂ ਅੱਗੇ ਆ। ਹਾਂਜੀ, ਮੇਰੇ ਵਾਸਤੇ ਗੱਲ ਕੀਤੀ ਹੈ ਤੇ ਇਹ ਦਵਾਰ ਸਿੰਘ ਮੇਰੇ ਕੋਲ, ਕਿਉਂਕਿ ਮੈਂ ਸ਼ੁੱਕਰਵਾਰ ਨੂੰ ਹਾਜ਼ਰ ਨਹੀਂ ਸੀ ਹੋ ਸਕਿਆ। ਹਾਂਜੀ ਹਾਂਜੀ, ਜਦੋਂ ਪੈਨਲ ਦੀ ਮੀਟਿੰਗ ਹੋ ਰਹੀ ਸੀ ਤੇ ਹਾਲੇ ਤੱਕ ਮੇਰੇ ਕੋਲ ਲਿਖਤੀ ਤੌਰ ਤੇ ਵੀ ਨਹੀਂ ਪਹੁੰਚਿਆ। ਚੰਗੀ ਗੱਲ ਹੈ, ਨਹੀਂ ਇਹਦਾ ਉੱਤਰ ਆਪਾਂ ਅਗਲੀ ਵਾਰੀ ਨੂੰ ਦੇ ਦਈਏ। ਉੱਥੇ ਜਿਹੜੀ ਸਿਆਰੀ ਹੈ ਉਹਦਾ ਉਚਾਰਨ ਹੋਣਾ ਹੈ, ਉਹ ਸਿਆਰੀ ਨਾਲ ਹੀ ਉਚਾਰਨ ਤੁਹਾਨੂੰ ਵੀ ਭੇਜ ਦਿੱਤਾ ਸੀ, ਕਿਉਂਕਿ ਕਈ ਜਿਹੜੇ ਸਵਾਲ ਇਸ ਤਰ੍ਹਾਂ ਦੇ ਹੁੰਦੇ ਨੇ ਉਹ ਨਾਲ ਤੁਹਾਨੂੰ ਵੀ ਭੇਜ ਦਿੰਦੇ ਆ ਤੇ ਬਾਕੀ ਪੈਨਲ ਮੈਂਬਰਾਂ ਨੂੰ ਭੇਜ ਦਿੰਦੇ। ਇਹ ਮੇਰੇ ਕੋਲ ਆਇਆ ਨਹੀਂ ਜੀ ਹਾਲੇ ਤੱਕ। ਮੈਂ ਕੱਲ ਪਰਸੋਂ ਦਾ ਸੁਰਿੰਦਰ ਸਿੰਘ ਨੂੰ ਵੀ ਕਹਿੰਦਾ ਸੀ ਵੀ ਮੇਰੇ ਕੋਲ ਪਹੁੰਚਿਆ ਨਹੀਂ ਇਹ ਸਵਾਲ, ਤੇ ਫਿਰ ਵੀ ਆਪਾਂ ਇਹਨੂੰ ਅਗਲੀ ਵਾਰੀ ਦੁਹਰਾ ਦੇਵਾਂਗੇ। ਕੋਈ ਨਹੀਂ ਗਿਆਨੀ ਜੀ, MP ਸਿੰਘ ਨਾਲ ਚੈੱਕਅਪ ਕਰ ਲੈਂਦੇ ਆ
ਤੇ ਜੇ ਉਹਨਾਂ ਨੇ ਇਹਦਾ ਉੱਤਰ ਦੇਣਾ ਤੇ ਠੀਕ ਹੈ, ਨਹੀਂ ਤੇ ਫਿਰ ਅਗਲੀ ਵਾਰ ਪਾ ਲੈ। ਹਾਂਜੀ ਐਮਪੀ ਸਿੰਘ। ਮੇਰੀ ਇਹ ਰਿਕੁਐਸਟ ਸੀ, ਅਗਰ ਜੇ ਪੋਸੀਬਲ ਹੋਵੇ ਤੇ ਜਿਹੜੇ ਲਫ਼ਜ਼ਾਂ ਦਾ ਤੁਸੀਂ ਉਚਾਰਨ ਦੀ ਗੱਲ ਕਰ ਰਹੇ ਹੋ ਉਹਨਾਂ ਦਾ ਅਗਰ ਜੇ ਸਾਹਮਣੇ ਡਿਸਪਲੇ ਹੋ ਜਾਏ ਤੇ ਚੰਗਾ ਰਹੇਗਾ। ਚਰਨਜੀਤ ਸਿੰਘ ਜੀ, ਬੇਨਤੀ ਚੌਪਈ 'ਚ ਜੇ ਕਰ ਸਕਦੇ ਹੋ, ਕਿਉਂਕਿ ਲਫ਼ਜ਼ ਤੇ ਉਹਨਾਂ ਨੇ ਡਿਫਰੈਂਟ ਥਾਂ ਤੋਂ ਲਏ ਹੋਣੇ ਨੇ। ਜਾਪ ਸਾਹਿਬ ਦਾ ਤੇ ਠੀਕ ਹੈ, ਉਹਨਾਂ ਚਲੋ ਜਾਪ ਸਾਹਿਬ ਤੋਂ ਗੱਲ ਸ਼ੁਰੂ ਕਰ ਲੈਂਦੇ ਆ। ਜਾਪ ਸਾਹਿਬ ਤੋਂ ਕਰ ਲਓ। 118 ਜਿਹੜਾ ਛੰਦ ਹੈ ਜੀ ਜਾਪ ਸਾਹਿਬ ਦਾ, ਚਰਨਜੀਤ ਸਿੰਘ ਜੀ ਜੋ ਜ਼ਰਾ ਡਿਸਪਲੇ ਕਰ ਸਕੋ ਜੀ। ਇੱਕ ਵਾਰੀ ਤੁਕ ਪੂਰੀ ਬੋਲੋ ਤੇ ਮੈਂ ਸਰਚ ਕਰ ਲੈਣਾ ਜੀ। ਅੱਛਾ ਜੀ, ਨਹੀਂ ਜੇ ਜਾਪ ਸਾਹਿਬ ਤੁਸੀਂ ਕੱਢ ਲਓ, ਉਂਝ ਜਾਪ ਸਾਹਿਬ ਕੱਢ ਲਓ ਤੇ ਉਹਦਾ 118 ਨੰਬਰ ਛੰਦ ਜਿਹੜਾ ਉਹ ਕੱਢ ਲਓ। ਠੀਕ ਹੈ ਜੀ। ਇਹ ਛੰਦ ਹੈਗਾ ਜੀ ਕਿ ਸਰਬੱਤਰ ਮਾਨਿਆ ਸदैवं ਪ੍ਰਧਾਨਿਆ, ਕਿ ਸਰਬੱਤਰ ਜਾਪਿਆ, ਕਿ ਸਰਬੱਤਰ ਥਾਪਿਆ। ਮੇਰੇ ਖਿਆਲ ਇਹੀ ਹੈ ਰਾਜਾ ਸਿੰਘ ਜੀ, ਇਹੀ ਹੋਏਗਾ ਜੀ। ਮੈਂ ਜਿਹੜੇ ਸ਼ਬਦ ਉਹਨਾਂ ਨੇ ਪੁੱਛੇ ਨੇ ਉਹ ਹੈ ਮਾਨਿਆ, ਪ੍ਰਧਾਨਿਆ। ਹਾਂ ਬਸ ਇਹੀ ਹੈ ਜੀ। ਹਾਂਜੀ ਜਾਪਿਆ ਥਾਪਿਆ। ਹਾਂ ਇਹ ਆ ਵੀ ਗਿਆ ਸਾਹਮਣੇ, ਥੋੜਾ ਜਿਹਾ ਉੱਪਰ ਕਰ ਦਿਓ ਜੀ, ਇੱਕ ਪੇਜ ਉੱਪਰ ਕਰ ਲਓ ਥੋੜਾ ਜਿਹਾ। 118 ਨੰਬਰ ਮੰਗਿਆ ਸੀ। ਹੋਰ ਅੱਗੇ ਚੱਲ ਜਾਓ। ਇਹ ਦੂਜਾ ਪਾਸਾ ਚਲਾ ਗਿਆ। ਸਾਹਿਬ ਸਿੰਘ ਜੀ ਖਿਮਾ ਕਰਨਾ, ਥੋੜਾ ਸਮਾਂ ਲੱਗ ਰਿਹਾ ਵਧਾਣਾ ਹੈ ਨੰਬਰ ਵਧਾਣਾ ਹੈਗਾ, ਘਟ ਰਿਹਾ ਆਸਾਨੀ ਹੋਏਗੀ। ਇਹ 118 ਕਰਨ ਲੱਗੇ ਨੇ ਇਹ ਆਪਣਾ ਚਰਨਜੀਤ ਸਿੰਘ। 118 ਹਾਂਜੀ ਆ ਗਿਆ ਜੀ। ਠੀਕ ਹੈ ਦੇ ਰਹੀ ਹੈ। ਹਾਂਜੀ ਦੇ ਰਹੀ। ਸੋ ਇਹ 118 ਛੰਦ ਜੋ ਹੈ ਇਹਦੇ ਵਿੱਚ ਪਾਠ ਇਸ ਤਰ੍ਹਾਂ ਹੈ ਕਿ ਸਰਬੱਤਰ ਮਾਨਿਆ। तो जो स्पेलिंग सामने नजर आ रहे हैं, मम्मे नू कन्ना, नन्ने नू सिहारी, तो यही नू दुलाइयां ते नाल बिंदी भी लगी हुई है। तो ਇਹਦੇ ਵਿੱਚ ਤਾਂ ਕੋਈ ऐसा विधान है नहीं कि भी किसी चीज़ ने साइलेंट रहना है या कोई उच्चारण नू बदलना है। तो जिवें पाठ लिखिया है उच्चारण भी उसी तरह ही होएगा। मान्य तो नन्ने दी सिहारी भी बोलेगी, यही दी दुलावां भी बोलणगियां ते बिंदी का उच्चारण भी नासकी जिहड़ा है वो भी उच्च होएगा। तो मान्य प्रधान्य ਜਾਪਿਆ ਉਹਦੇ ਚ ਬਿੰਦੀ ਨਹੀਂ ਹੈਗੀ ਕਿ ਸਰਬੱਤਰ ਜਾਪਿਆ, ਸਰਬੱਤਰ ਥਾਪਿਆ। तो सिहारी का उच्चारण भी सुनाई देना चाहिए है, तो दुलाइयां का भी ठीक आना चाहिए है। तो इस तरीके नाल ही पाठ होएगा कि सर्वत्र मान्य सदैवं प्रधान्य, कि सर्वत्र जापिया, कि सर्वत्र थापिया। तो जो मेरे हिसाब नाल तो इहदे च कोई चेंज करन दा कोई विधान नहीं है। ये ठीक है जी। ठीक है जी, थैंक यू, धन्यवाद जी। तो फिर भी अगर किसी ने यदि कोई अमेंडमेंट करनी होएगी तो कोई भी वीर इन्हू सवाल दोबारा पा सकता। तो हुण अपना ज्ञानी जी एक सवाल तुहाडे कोलों होर ले रहे हैं, समा साडे कोल 7-8 मिनट का रह गया तो तुहाडी हाज़री का फायदा उठा रहे हैं। एक आसा की वार विच तुक आउंदी है कि नज़र उपट्ठी जे करे सुल्ताना घग्गे नूं कन्ना हाहे नूं अंकड़ कराएंदा। हालांकि तुहानूं बेनती वैसे सैपरेट अरजीत सिंह जी ने कीती हुई है संगती रूप में कि तुसीं हाहे जिहड़े हाहे नाल मात्रा लगदियां हाहे नूं अंकड़ खास करके इहदे बारे काफ़ी कन्फ्यूजन है। तो ज्ञानी जी नूं ऑलरेडी असीं बेनती कीती कि एक दिन पूरा समा कढ के इहदे उच्चारण बारे जिहड़े हाहे नूं जिहड़ियां मात्रा लगदियां उन्हां दे उच्चारण बारे एक पूरा जिहड़ा 1 घंटे का समा है वो ज्ञानी जी नूं बेनती कीती है भी जद भी वो चाहणगे वो करनगे। पर अज वो क्योंकि साढ़े को सवाल आ गए है, कृपा करके तुसीं इन्ना ही दस दिओ कि नज़र पट्टी जेकर सुल्ताना इनू सवाल है जी घा बोलना है कि घाओ बोलना है। हाँ जी हाँ जी, इनू घाओ नहीं बोलना, ये घा ही बोलना जी। सुल्ताना घा कराएदा जी, सुल्ताना घा कराएदा, इथे घा ही है वस्तु। घा एक वस्तु है जी है जी, ते नाउन है जिस करके एक औंकड़ लग्या होया है। तो एक घा ही बोलिया जाना है, जिहड़ा घाओ बोलते हैं ना गलत बोलते हैं। क्योंकि जिस तरह एक मुहावरा भी है भी लख तो कख कर दिता, ठीक है जी, वो अर्थ इत्थे लाओ, ठीक लख तो कख हो गया।
सुल्ताना का हक राय ਨੂੰ जी ਇਹਦਾ ठीक ਔਂਕੜ ਨਹੀਂ ਬੋਲਿਆ ਜਾਣਾ। ठीक नजरों पट्टी जे करे हैं ਹਾਂ मतलब ਉਹ जे ਪੱਠੀ ਪੱਪੇ ਨੂੰ ਅਧਿਕ ਬੋਲਣਾ। हाँ जी ये पूरी तुक का अर्थ कर दो ज्ञानी जी नजरों पट्टी जे करे ਜੇ ਨਜ਼ਰ ਉਹਦੀ ਉਹ ਪੱਠੀ ਹੋ ਜਾਵੇ, ਨਜ਼ਰ ਪੁੱਠੀ ਹੋ ਜਾਏ, ਉਹ ਪੱਠੀ ਦਾ ਮਤਲਬ ਪੁੱਠੀ ਹੋਇਆ। जी जी ਜੇ ਕਰੋਪੀ ਹੋ ਜਾਏ ਪਰਮੇਸ਼ਰ ਦੀ ਤਾਂ ਉਹ ਸੁਲਤਾਨਾ ਬਾਦਸ਼ਾਹਾਂ ਨੂੰ ਵੀ ਕੱਖ ਬਣਾ ਕੇ ਰੱਖ ਦਿੰਦਾ। ठीक है ਨਜ਼ਰ देखो ਪੱਠੀ ਜੇ ਕਰੇ ठीक है ਸੁਲਤਾਨਾ ਕਹਾ ਕਰਾਏਗਾ। ठीक है ਹਾਂਜੀ तो ज्ञानी जी ने जे ਅਗਲੀ ਤੋਂ ਸਪਸ਼ਟ ਕਰ ਦਿੰਦੀ ਹੈ, ਦਰ ਮੰਗਣ ਭਿੱਖ ਨਾ ਪਾਏਗਾ। जी जी ਦਰ ਦੇ ਉੱਤੇ ਭਿੱਖ ਮੰਗਿਆ ਵੀ ਨਹੀਂ ਮਿਲਦੀ ਉਹਨਾਂ ਲੋਕਾਂ ਨੂੰ। ठीक है ਹਾਂਜੀ ਠੀਕ ਜਿਸ ਵੇਲੇ ਮਨੁੱਖ ਅਹੰਕਾਰ ਵਿੱਚ ਆ ਕੇ ਤਾਂ ਸਾਡੇ ਕੋਲ ਕਈ ਇਹੋ ਜਿਹੀਆਂ ਪੁਰਾਣੀਆਂ ਇਤਿਹਾਸਕ ਗੱਲਾਂ ਮਿਲਦੀਆਂ ਨੇ ਜਿੱਥੇ ਬੜੇ ਬੜੇ ਪਾਵਰਫੁਲ ਬੰਦੇ ਜਿਹੜੇ ਨੇ ਅਹੰਕਾਰ ਵਿੱਚ ਆ ਕੇ ਬੜੇ ਕੁਕਰਮ ਕਰਦੇ ਸਨ ਔਰ ਬੜਾ ਜ਼ੁਲਮ ਕਰਦੇ ਸਨ ਤੇ ਗੁਰੂ ਸਾਹਿਬ ਨੇ ਸ਼ਾਇਦ ਉਹਨਾਂ ਨੂੰ ਤਾੜਨਾ ਕੀਤੀ ਹੈ ਕਿ ਜੇਕਰ ਅਸੀਂ ਬਾਜ ਨਹੀਂ ਆਵਾਂਗੇ ਤਾਂ ਵਾਹਿਗੁਰੂ ਦਾ ਇਹ ਵੀ ਹੋ ਸਕਦਾ ਕਿ ਨਜ਼ਰ ਪੱਠੀ ਜੇਕਰ ਸੁਲਤਾਨਾ ਘਾਹ ਕਰਾਏਗਾ। तो लफज घा बोलना ज्ञानी जी ने दसिया। मैं बेनती कर दिया साथ संगत जी कि कन्फ्यूजन होना लाजमी है। उसका कारण यह है कि बुद्ध रागी सिंह जड़े ने जिस वे आसा की वार का कीर्तन करते हैं तो इनू घाओ ही बोलिया जाता, सुल्ताना घाओ कराए। हालांकि घाओ का अर्थ मेरे हिसाब नाल जख्म होंदा है ते घा दा मैंने घा है। ठीक है, सो इत्थे घा ही आना सुल्तान तो घा। ठीक है, जिवें ज्ञानी जी दस्सिया वी लख तो कख। सो क्योंकि बहुत सारे ज़्यादातर गिणती दे विच ਇਹਨੂੰ ਆਸਾ ਕੀ ਵਾਰ ਵਿੱਚ ਘਾਉ ਬੋਲਿਆ ਜਾਂਦਾ ਤੇ ਸੰਗਤ ਵਿੱਚ ਇਸ ਦਾ ਭਰਮ ਹੋਣਾ ਲਾਜ਼ਮੀ ਸੀ। ਤੋਂ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਦਾ, ਵੀਰ ਜੀ ਦਾ, ਜਿਨ੍ਹਾਂ ਨੇ ਇਹ ਸ਼ਬਦ ਜਿਨ੍ਹਾਂ ਨੇ ਇਹ ਆਪਣਾ ਪ੍ਰਸ਼ਨ ਭੇਜਿਆ ਤੇ ਗਿਆਨੀ ਜੀ ਨੇ ਸਪਸ਼ਟ ਕੀਤਾ ਕਿ ਘਾਉ ਨਹੀਂ ਇਹਨੂੰ ਘਾਹ ਹੀ ਬੋਲ। ਤੋਂ ਉਮੀਦ ਹੈ ਇਹ ਗੱਲ ਜਿਹੜੀ ਹੈ ਸਪਸ਼ਟ ਹੋ ਗਈ ਹੋਵੇਗੀ ਤੇ ਜੇ ਫੇਰ ਵੀ ਕਿਸੇ ਨੇ ਕੋਈ ਇਹਦੇ ਬਾਰੇ ਵਿਚਾਰ ਦੇਣਾ ਤੇ ਅੱਜ ਵੀ ਆਪਾਂ ਵਿਚਾਰ ਕਰ ਸਕਦੇ ਹਾਂ ਜੇ ਕਿਸੇ ਦਾ ਸਵਾਲ ਹੋਵੇ ਖਾਸ ਇਹਦੇ ਬਾਰੇ। ਨਹੀਂ ਤਾਂ फिर भी अगर किसी बाद कोई ये बारे आता है बई घाओ या घा बारे, हालांकि ज्ञानी जी ने स्पष्ट निर्णय कर दिता व्याकरण के मुताबिक कि नाउन है, नाउन करके औंकड़ लगी है, वर्ब नहीं है। जे किरिया होंदी ते औंकड़ बोलण दे चांसेस सन। नाउन ते लगी साइलेंट होंदी। हाँ जी बस, तो इस करके गल तो स्पष्ट है। तो फिर भी अगर किसी को कोई अपना दसना हो इनपुट देना हो तो कृपा करके दे सकते हैं। तो साध संगत जी साडे कोल सवाल ਤੇ ਜਿਹੜੇ ਨੇ ਉਹ 2 ਵਜੇ ਬਕਾਇਆ ਨੇ ਤੇ ਪਰ ਹੁਣ ਕਿਉਂਕਿ ਸਮਾਂ ਹੋ ਗਿਆ ਉਹਨਾਂ ਨੂੰ ਅਸੀਂ ਅਗਲੇ ਹਫਤੇ ਲਈ ਪੈਂਡਿੰਗ ਕਰ ਦਿੱਤਾ। ਤੋਂ ਅੱਜ ਦੇ ਇਹ ਸਾਰੇ ਸਵਾਲ ਜਵਾਬ ਦੇ ਸੈਸ਼ਨ ਵਿੱਚ ਨਿਭਾਉਂਦੇ ਆ ਕਈ ਪ੍ਰਕਾਰ ਦੀਆਂ ਊਣਤਾਰੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਜਿਹੜੇ ਵੀਰਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਨੇ ਤੋਂ ਜਿਸ ਤਰ੍ਹਾਂ ਪਹਿਲੇ ਵੀਰ ਹਰਜੀਤ ਸਿੰਘ ਜੀ ਨੇ ਕਿਹਾ ਇਹ ਕੋਈ ਫਾਈਨਲ ਜਾਂ ਸਾਡੇ ਵੱਲੋਂ ਅਥੈਂਟਿਸਿਟੀ ਨਹੀਂ ਹੈ। ਇਹ ਤੇ ਸਾਡੀ ਕੋਸ਼ਿਸ਼ ਹੈ ਕਿਉਂਕਿ ਹਰ ਵਾਰੀ ਬੇਨਤੀ ਗੁਰਬਾਣੀ ਹੈ ਸਮੁੰਦਰ, ਇਹਨੂੰ ਆਪਾਂ ਜਿੰਨੀਆਂ ਚੁੱਭੀਆਂ ਮਾਰਾਂਗੇ ਨਵੀਂ ਤੋਂ ਨਵੀਂ ਗੱਲ ਨਿਕਲੇਗੀ। ਤੋਂ ਇਸ ਕਰਕੇ ਗੁਰਬਾਣੀ ਨੂੰ ਜਿਉਂ-ਜਿਉਂ ਆਪਾਂ ਪੜ੍ਹੀ ਜਾਂਦੇ ਹਾਂ ਤਿਉਂ-ਤਿਉਂ ਗੱਲਾਂ ਮਿਲਦੀਆਂ ਨੇ। ਤੋਂ ਆਪ ਜੀ ਦਾ ਧੰਨਵਾਦ ਹੈ ਕਿ ਆਪ ਜੀ ਸਵਾਲ ਭੇਜਦੇ ਹੋ। ਸਵਾਲ ਭੇਜਣ ਦਾ ਮਤਲਬ ਹੀ ਹੈ ਕਿ ਤੁਸੀਂ ਦਿਲਚਸਪੀ ਲੈ ਰਹੇ ਹੋ। ਜੇ ਦਿਲਚਸਪੀ ਹੈ ਤਾਂ ਇੱਕ ਸਾਡਾ ਪਲੱਸ ਪੁਆਇੰਟ ਹੋਏਗਾ ਵੀ ਅਸੀਂ ਗੁਰਬਾਣੀ ਵਿੱਚ ਦਿਲਚਸਪੀ ਲੈ ਰਹੇ ਹਾਂ। ਤੋਂ ਜਿਤਨੇ ਆਉਂਦੇ ਨੇ ਸਵਾਲ ਆਉਂਦੇ ਨੇ ਆਪਾਂ ਆਪਸ ਪੈਨਲ ਵੀ ਡਿਸਕਸ ਕਰਦਾ ਕੋਸ਼ਿਸ਼ ਕਰੀਦੀ ਹੈ। ਤੋਂ ਉਹਦੇ ਨਾਲ ਫਾਇਦਾ ਇਹ ਹੈ ਸਾਨੂੰ ਕਿ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ। ਇਹ ਜਿਹੜੇ ਨਵੇਂ ਸਵਾਲ ਆਉਂਦੇ ਨੇ ਅਸੀਂ ਫਿਰ ਜ਼ੋਰ ਲਾਈਦਾ ਇੱਕ ਦੂਜੇ ਨਾਲ ਕਰੀਦਾ। ਤੋਂ ਸਾਨੂੰ ਸੰਗਤ ਵੱਲੋਂ ਵੀ ਬੜੀ ਫੀਡਬੈਕ ਆਉਂਦੀ ਹੈ, ਉਹਨਾਂ ਦਾ ਬੜੇ ਧੰਨਵਾਦ ਹੈ। ਤੋਂ ਗਰੁੱਪ ਚੈਟ ਵਿੱਚ 1-2 ਸਵਾਲ ਆਏ ਨੇ ਉਹ ਵੀ ਨੋਟ ਕਰ ਲਏ ਗਏ ਨੇ, ਅਗਲੀ ਵਾਰੀ ਆਪਾਂ ਲੈ ਲਵਾਂਗੇ। ਤੋਂ ਇਹ ਪ੍ਰੋਗਰਾਮ ਅੱਜ ਨਿਭਾਉਂਦੇ ਹਾਂ। ਹੋ ਗਈਆਂ ਤਰੁੱਟੀਆਂ ਲਈ ਸਭ ਪਾਸੋਂ ਖਿਮਾ ਮੰਗਦੇ ਹੋਏ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਹਿ ਦਿਲੋਂ ਧੰਨਵਾਦ ਅੱਜ ਦੀ ਇਸ ਸਵਾਲ ਜਵਾਬ ਪੈਨਲ ਵਿੱਚ ਸ਼ਾਮਲ ਹੋਣ ਵਾਲੇ ਪੈਨਲ ਮੈਂਬਰਸ ਦਾ, ਵੀਰਾਂ ਭੈਣਾਂ ਦਾ, ਜਿਨ੍ਹਾਂ ਨੇ ਬੜੇ ਹੀ ਪ੍ਰੇਮ ਨਾਲ ਇਹ ਸਵਾਲ ਭੇਜੇ, ਉਹਨਾਂ ਦੇ ਜਵਾਬ ਦਿੱਤੇ ਗਏ। ਮੇਰੀ ਬੇਨਤੀ ਹੈ ਵੀ ਇੱਕ ਤਾਂ ਆਸਾ ਦੀ ਵਾਰ ਲਫ਼ਜ਼ ਨਹੀਂ ਹੈ ਜਿਹੜਾ ਸਰਲੇਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਉਹ ਆਸਾ ਕੀ ਵਾਰ ਹੈ। ਕਲੈਰਿਟੀ ਹੈ, ਵੀਰ ਜੀ ਨੇ ਆਸਾ ਕੀ ਵਾਰ ਹੀ ਬੋਲਿਆ ਵੀ ਰਾਜਾ ਸਿੰਘ ਜੀ ਨੂੰ ਵੀ ਸਾਨੂੰ ਵੀ ਸਾਰਿਆਂ ਨੂੰ ਜੋ ਸਰਲੇਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਲਿਖਿਆ ਗਿਆ ਹੈ ਉਹ ਹੈ ਆਸਾ ਕੀ ਵਾਰ।
ਇਸ ਕਰਕੇ ਉਸ ਸਿਰਲੇਖ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ। ਜਿਹੜਾ ਸਵਾਲ ਤੁਸੀਂ ਭੇਜਿਆ ਸ਼ੰਤਾਂ ਵਾਲਾ, ਜਿਹਦਾ ਜਵਾਬ ਵੀਰ ਮਨਮੋਹਨ ਸਿੰਘ ਨੇ ਬਹੁਤ ਕਮਾਲ ਦਾ, ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੇ ਹੋਰ ਉਹਦਾ ਵਿਸਤਾਰ ਨਾਲ ਗੱਲ ਕੀਤੀ ਹੈ। ਦੇਖੋ, ਆਸਾ ਕੀ ਵਾਰ ਗੁਰੂ ਨਾਨਕ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਵਾਰ ਹੈ, ਔਰ ਇਹ ਪਹਿਲਾ ਸਰੂਪ ਕੇਵਲ ਪੌੜੀਆਂ ਦਾ ਹੀ ਸੀਗਾ। ਇਹਦਾ ਮਤਲਬ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ ਇਹ ਸਰੂਪ ਕੇਲਾ ਪੌੜੀਆਂ ਤੱਕ ਹੀ ਰਿਹਾ, ਜਦ ਤੱਕ ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨਹੀਂ ਕੀਤੀ। ਤੇ ਜੇ ਇਕੱਲਾ ਉਦੋਂ ਸਰੂਪ ਪੌੜੀਆਂ ਵਾਲਾ ਸੀ ਤਾਂ ਉਦੋਂ ਇਹ ਪੌੜੀਆਂ ਦੇ ਰੂਪ 'ਚ ਗਾਇਨ ਕੀਤੀ ਜਾਂਦੀ ਸੀ, ਉਦੋਂ ਸ਼ਲੋਕ ਵੀ ਨਾਲ ਗਾਇਨ ਨਹੀਂ ਸੀ ਕੀਤੇ ਜਾਂਦੇ। ਇਹਦਾ ਮਤਲਬ ਇੱਥੋਂ ਸਪਸ਼ਟਤਾ ਇਹ ਹੋ ਜਾਂਦੀ ਹੈ ਵੀ ਜਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨਹੀਂ ਹੋਈ, ਉਦੋਂ ਤੱਕ ਆਸਾ ਕੀ ਵਾਰ ਕੇਵਲ ਤਾਂ ਕੇਵਲ ਪੌੜੀਆਂ ਦੇ ਰੂਪ ਵਿੱਚ ਹੀ ਗਾਈ ਜਾਂਦੀ ਸੀ, ਔਰ ਪੌੜੀਆਂ ਦੇ ਰੂਪ ਵਿੱਚ ਹੀ ਗੁਰੂ ਨਾਨਕ ਸਾਹਿਬ ਦੇ ਵੇਲੇ ਦਾ ਕੀਰਤਨ ਜਿਹੜਾ ਸੀ ਉਹ ਆਰੰਭ ਹੋ ਗਿਆ ਸੀ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਜਦੋਂ 1604 ਦੇ ਵਿੱਚ ਸਤਿਗੁਰੂ ਪਹਿਲਾ ਪ੍ਰਕਾਸ਼ ਜਿਹਨੂੰ ਅਸੀਂ ਕਹਿੰਦੇ ਆ, ਤੇ ਪਹਿਲੇ ਪ੍ਰਕਾਸ਼ ਤੋਂ ਬਾਅਦ ਕਦੋਂ ਜਾਂ ਕਿੰਨਾ ਸਮਾਂ ਬਾਅਦ ਇਹ ਕਿਸ ਤਰ੍ਹਾਂ ਇਹ ਸ਼ੰਤ ਕਿਸ ਤਰ੍ਹਾਂ ਨਾਲ ਰਲ ਗਏ ਜਾਂ ਕਿਵੇਂ ਇਹਨੂੰ ਗਾਇਨ ਕਰਨਾ ਸ਼ੁਰੂ ਕੀਤਾ, ਇਹ ਅਜੇ ਤੱਕ ਵੀ ਕੋਈ ਉਹਦਾ ਸੋਰਸ ਸਾਨੂੰ ਨਹੀਂ ਮਿਲ ਸਕਿਆ। ਤਾਂ ਇਉਂ ਜਾਪਦਾ ਵੀ ਕਾਫੀ ਪਿਛੋਕੜ ਜਿਹੜਾ ਇਹਦਾ ਪੁਰਾਣਾ ਹੀ ਹੈ, ਜੋ ਸਵਾਲ ਦੇ ਵਿੱਚ ਜਵਾਬ ਦੇ ਵਿੱਚ ਵੀਰ ਜੀ ਮਨਮੋਹਨ ਸਿੰਘ ਜੀ ਨੇ ਜਾਂ ਗਿਆਨੀ ਅੰਮ੍ਰਿਤਪਾਲ ਸਿੰਘ ਨੇ ਵੀ ਦੱਸਿਆ। ਪਰ ਇੱਥੋਂ ਤੱਕ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰੂ ਅਰਜਨ ਦੇਵ ਤੱਕ ਜਦ ਤੱਕ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਲਿਖਾਇਆ ਨਹੀਂ ਸੀ ਭਾਈ ਗੁਰਦਾਸ ਜੀ ਪਾਸੋਂ, ਉਦੋਂ ਤੱਕ ਆਸਾ ਕੀ ਵਾਰ ਕੇਵਲ ਪੌੜੀਆਂ ਦੇ ਵਿੱਚ ਹੀ ਗਾਇਨ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਆ ਜੇ ਸ਼ੰਤ ਕਦੋਂ ਮਿਲੇ, ਹਾਲਾਂ ਸ਼ੰਤ ਵੱਖਰੇ ਸਿਰਲੇਖ ਹੇਠ ਦਰਜ ਹਨ, ਸ਼ੰਤ ਨਾਲ ਨਹੀਂ ਦਰਜ। ਤੇ ਸ਼ੰਤ ਨਾਲ ਕਿਵੇਂ ਗਾਏ ਗਏ ਜਾਂ ਕਿਵੇਂ ਹੋਇਆ, ਜੇ ਕਿਸੇ ਕੋਲੇ ਦੇ ਬਾਰੇ ਕੋਈ ਹੋਰ ਮਿਲਦਾ ਹੋਵੇ, ਅਥੈਂਟਿਸਿਟੀ ਕੋਈ ਮਿਲਦੀ ਹੋਵੇ ਤਾਂ ਭੇਜਣ ਦੀ ਕਿਰਪਾਲਤਾ ਕਰਨੀ, ਤਦ ਕਿ ਉਹਦੇ ਲਈ ਜਾਣਕਾਰੀ ਸਾਨੂੰ ਮਿਲ ਜਾਏ। ਤੇ ਸਵਾਲ ਭੇਜਣ ਵਾਲੇ ਵੀਰ ਜੀ ਡਾਕਟਰ ਅਮਰਜੀਤ ਸਿੰਘ ਜੀ ਜੋ ਬਫਲੋ ਤੋਂ ਨੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਅਗਰ ਤੁਹਾਡੇ ਕੋਲ ਕੋਈ ਇਹਦਾ ਸੋਰਸ ਹੋਵੇ ਜਾਂ ਤੁਹਾਨੂੰ ਪਤਾ ਹੋਵੇ ਵੀ ਇਹ ਕਦੋਂ ਸ਼ੁਰੂ ਕੀਤੀ ਹੈ ਹੋਈ ਹੈ, ਤਾਂ ਅਸੀਂ ਉਹ ਤੁਹਾਡੇ ਧੰਨਵਾਦ ਕਰਾਂਗੇ, ਤੁਸੀਂ ਉਹ ਸਾਨੂੰ ਉਹਦਾ ਜਵਾਬ ਜੇ ਭੇਜ ਦਿਓ ਤਾਂ। ਬਹੁਤ ਬਹੁਤ ਧੰਨਵਾਦ ਜੀ ਵੀਰ ਰਾਜਾ ਸਿੰਘ ਜੀ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਇਹ ਆਪਣਾ ਸਮਾਂ ਲਾ ਕੇ ਇਹ ਪੈਨਲ ਦੇ ਸਾਰੇ ਜਿਹੜਾ ਚਲਾਇਆ ਬਹੁਤ ਖੂਬਸੂਰਤੀ ਨਾਲ। ਮੈਂ ਸਵਾਲ ਜਵਾਬ ਲਈ ਬੇਨਤੀ ਕਰਾਂਗਾ ਸਾਥ ਜਲਵੰਤ ਸਿੰਘ ਜੀ ਫਿਰੋਜ਼ਪੁਰ ਤੋਂ, ਉਹਨਾਂ ਦਾ ਹੈਂਡ ਰੇਜ਼ ਹੈ, ਕਿਰਪਾ ਕਰਕੇ ਆਪਣੇ ਆਪ ਨੂੰ ਅਨਮਿਊਟ ਕਰ ਲੈਣ ਤੇ ਜਵਾਬ ਜਿਹੜਾ ਹੈ ਕਿਰਪਾ ਕਰਕੇ ਉਹ ਦੇ ਦੇਣ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਆਵਾਜ਼ ਆ ਰਹੀ ਜੀ? ਹਾਂਜੀ ਆ ਰਹੀ ਜੀ। ਦਾਸ ਨੇ ਸਵਾਲ ਭੇਜੇ ਸੀਗੇ ਜੀ 29/7 ਨੂੰ, ਤੇ ਉਹਨਾਂ ਦਾ ਜਿਹੜਾ ਨੰਬਰ ਨਹੀਂ ਲੱਗਾ ਜਾਂ ਪਹੁੰਚੇ ਨਹੀਂ, ਮੈਂ ਉਹ ਪਤਾ ਕਰਨਾ ਚਾਹੁੰਦਾ ਸੀਗਾ। ਰਿਪੀਟ ਕਰ ਦਿਓ ਜੀ ਜਰਾ ਹੁਣ। ਹਾਂਜੀ, ਸਵਾਲ ਕੀ? ਸਵਾਲ ਸੀ ਇਸ ਤਰ੍ਹਾਂ, ਇੱਕ 3 ਕੁਐਸਚਨ ਹੈ ਜੋ ਚ ਜੀ। ਮੈਂ ਚਰਨਜੀਤ ਸਿੰਘ ਜੀ ਨੂੰ ਭੇਜੇ ਸੀਗੇ ਜੀ, ਨਹੀਂ ਤਾਂ ਮੈਂ ਉਹ ਦੁਬਾਰਾ ਭੇਜ ਦੂੰਗਾ। ਦੁਬਾਰਾ ਭੇਜ ਦਿਓ ਜੇ ਹੁਣ ਤੁਹਾਡੇ ਕੋਲ ਸਾਹਮਣੇ ਹੈਗੇ ਤੇ ਇੱਕ ਵਾਰੀ। ਹਾਂ, ਸਾਹਮਣੇ ਤਾਂ ਹੈ ਨੇ। ਯਾਦ ਆ ਜਿਸ ਤਰ੍ਹਾਂ ਆਪਣਾ ਇੱਕ ਪੌੜੀ ਹੈਗੀ ਆਪਣੀ ਸੋਦਰ ਵਾਲੀ ਜੀ। ਹੈਲੋ, ਹਾਂਜੀ ਹਾਂਜੀ। ਉਹਦੇ ਚ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਿਆਲੇ ਜਪਜੀ ਸਾਹਿਬ ਦੇ ਵਿੱਚ ਆ ਜੀ। ਇਸੇ ਤਰ੍ਹਾਂ ਹੀ ਰਹਿਰਾ ਸਾਹਿਬ ਦੇ ਵਿੱਚ ਇਹ ਪੌੜੀ ਦੇ ਵਿੱਚ ਆਉਂਦੇ ਗਾਵਨ ਤੁਦਨੋਂ ਮੋਹਣੀਆਂ ਮਨਮੋਹਨ ਸੁਰਗ ਮੱਛ ਪਿਆਲੇ ਜੀ। ਇਹਦੇ ਵਿੱਚ ਵੀ ਜਿਹੜੇ ਸੁਰਗਾ ਮੱਛ ਤੇ ਸੁਰਗ ਮੱਛ ਆ ਜੀ ਜੀ, ਇਹ ਅਰਥ ਤਾਂ ਦੋਵਾਂ ਦੇ ਪਾਸੇ ਆਪਣੇ ਸਟੀਕ ਦੇ ਵਿੱਚ ਇੱਕੋ ਹੀ ਨੇ ਜੀ। ਲੇਕਿਨ ਵਿਆਕਰਨ ਦੇ ਹਿਸਾਬ ਨਾਲ ਜਿਵੇਂ ਸੁਰਗ ਨੂੰ ਸੁਰਗਾ ਲਿਖਿਆ ਗਿਆ ਤੇ ਫਿਰ ਸੁਰਗ ਨੂੰ ਗੱਗੇ ਨੂੰ ਔਂਕੜ ਲੱਗੀ ਹੋਈ ਆ, ਮੱਛ ਨੂੰ ਜਪਜੀ ਸਾਹਿਬ ਦੇ ਵਿੱਚ ਨਹੀਂ ਲੱਗੀ ਔਰ ਰਹਿਰਾ ਸਾਹਿਬ ਦੇ ਵਿੱਚ ਔਂਕੜ ਲੱਗੀ ਹੋਈ ਆ। ਵੀ ਕੀ ਇਹਨਾਂ ਦੇ ਕੋਈ ਨਿਯਮ ਕੋਈ ਅਲੱਗ ਵੱਖਰਾ ਹੈ ਜਾਂ ਅਰਥ ਇੱਕੋ ਹੀ ਨੇ? ਇਹਦੇ ਬਾਰੇ ਕੁਝ ਦੱਸਣ ਦੀ ਕੋਈ ਕਿਰਪਾਲਤਾ ਕਰੋ। ਜਲਵੰਤ ਸਿੰਘ ਜੀ, ਇਹ ਸਵਾਲ ਟਾਈਮ ਮੰਗਦਾ, ਕਿਰਪਾ ਕਰਕੇ ਤੁਸੀਂ ਨਾ ਇਹ ਜੇ ਸਾਡੇ ਕੋਲ ਰਹਿ ਗਿਆ ਅਸੀਂ ਉਹਦੀ ਖਿਮਾ ਮੰਗਦੇ ਹਾਂ, ਕਿਉਂਕਿ ਨੋਟਿਸ ਨਹੀਂ ਆਇਆ। ਹੋ ਸਕਦਾ ਵੀ ਪੁਲੰਦਰ ਸਾਹਿਬ ਕੋਲ ਸਾਡੇ ਕੋਲ ਗਲਤੀ ਹੋ ਸਕਦੀ ਹੈ, ਨਹੀਂ ਹੋ ਗਿਆ ਜੀ। ਕਿਰਪਾ ਕਰਕੇ ਨਾ ਰਿਪੀਟ ਕਰ ਦਿਓ ਉਹਨੂੰ, ਦੁਬਾਰਾ WhatsApp ਤੇ ਭੇਜ ਦਿਓ। ਜਾਂ ਮੈਂ WhatsApp ਨੰਬਰ ਦੇ ਦਿਓ, ਮੈਂ ਸਾਰੇ 3 ਕੁਐਸਚਨ ਨੇ ਉੱਤੇ ਨਾ ਭੇਜ ਦਿਆਂ। ਦੁਬਾਰਾ ਸ਼ੇਅਰ ਕਰ ਦਾਂਗਾ ਜੀ, ਪ੍ਰਾਈਵੇਟਲੀ ਭੇਜ ਦੇਣਾ। ਤੇ ਹਾਂਜੀ ਚਰਨਜੀਤ ਸਿੰਘ ਜੀ, ਤੁਹਾਡੇ ਕੋਲ ਇਹ ਸਵਾਲ ਹੈਗਾ ਇਹਨਾਂ ਦਾ?
ਹਾਂਜੀ ਮੈਂ ਸਵਾਲ ਜਵਾਬ ਗਰੁੱਪ ਤੇ ਫਾਰਵਰਡ ਕੀਤਾ ਸੀ ਜੀ, ਮੈਂ ਦੁਬਾਰਾ ਫਾਰਵਰਡ ਕਰ ਦੇਣਾ। ਠੀਕ ਹੈ ਜੀ, ਭੇਜ ਦਿਓ ਮਿਹਰਬਾਨੀ ਜੀ। ਉਹਦੀ ਖਿਮਾ ਠੀਕ ਹੈ, ਧੰਨਵਾਦ। ਹਾਂ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਜੀਤ ਸਿੰਘ ਜੀ ਤੁਸੀਂ ਹਾਜ਼ਰ ਹੋ ਤਾਂ ਤੁਸੀਂ ਵੀ ਆਪਣੇ ਸਵਾਲ ਜਵਾਬ ਲਓ। ਸਰ ਜਗਜੀਤ ਸਿੰਘ ਜੀ, ਡਾਕਟਰ ਜਗਜੀਤ ਸਿੰਘ ਜੀ ਦਾ ਹੈਂਡ ਰੇਜ਼ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं आवाज मेरी ठीक आ रही जी? जी ठीक है। हाँ जी, हाँ जी।